ਕਰੇ ਅਨੁਰਾਧ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ। ਤਿਨ ਸੰਤਨ ਕਉ ਬੰਧਨਾ ਸਿਰ ਚਰਣਨ ਪਰਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਸ੍ਰੀ ਅੰਗਦ ਧਾਰ ਉਮੰਗਾ। ਮੁਝ ਮਰਦਾਨੇ ਕੋਲੇ ਸੰਗਾ। ਮਿਲ ਸਭ ਸੋ ਕੀਨੋ ਪ੍ਰਸਥਾਨਾ। ਜੀਤਨ ਦੰਬੀ ਦੇ ਅਗਿਆਨਾ। ਸੁਨ ਸ੍ਰੀ ਅੰਗਦ ਧਾਰ ਉਮੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੋ ਲਾਲਮ ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਨਵਾਂ ਖੰਡਾਂ ਦੀ ਸੈਰ ਕਰਾਉਂਦਿਆਂ ਹੋਇਆਂ ਮਹਾਰਾਜ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਸਤਿਗੁਰੂ ਆਪਣੇ ਨਗਰ ਵਿਖੇ ਪਹੁੰਚੇ ਹਨ। ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਲਿਆਣ ਚੰਦ ਜੀ, ਚਾਚਾ ਲਾਲੂ ਜੀ ਦੇ ਤਾਈਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਮਾਤਾ ਜੀ ਪਿਤਾ ਜੀ ਪਰਲੋਕ ਸੁਧਾਰ ਗਏ, ਸੱਚਖੰਡ ਪਿਆਨਾ ਕਰ ਗਏ। ਚਾਚਾ ਲਾਲੂ ਜੀ ਮਹਾਰਾਜ ਜੀ ਦੇ ਪਾਸ ਹਨ। ਉਹਨਾਂ ਦੇ ਵੀ ਤਾਈਂ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਆਤਮਾ ਨੂੰ ਸਤ ਅਤੇ ਇਹ ਸਰੀਰ ਨੂੰ ਅਸਤ ਦਰਸਾਇਆ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਨਨਕਾਣਾ ਸਾਹਿਬ ਤੋਂ ਮਹਾਰਾਜ ਹੁਣ ਅੱਗੇ ਚੱਲਦੇ ਹਨ, ਕੁਰਕਸ਼ੇਤਰ ਦੀ ਧਰਤੀ ਤੇ ਪਹੁੰਚਣਗੇ। ਸਤਿਗੁਰੂ ਜੋ ਪਖੰਡਾਂ ਦਾ ਖੰਡਨ ਕਰਨ ਵਾਲੇ ਹਨ, ਆਪ ਸਮੁੱਚੀ ਸੰਗਤ ਦਿਓ ਅਸੀਸ, ਸਾਰੇ ਹੀ ਕਰੋ ਰਸਨਾ ਪਵਿੱਤਰ। ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਦਬ ਦੇ ਨਾਲ ਅਸੀਸ ਝੁਕਾਉਂਦਿਆਂ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਸ੍ਰੀ ਅੰਗਦ ਧਾਰ ਉਮੰਗਾ। ਇਹ ਪਾਵਨ ਕਥਾ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਬਾਲਾ ਜੀ ਦੇ ਮੁਖਾਰ ਬੇਨ ਤੋਂ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਤਸ਼ਾਹ ਦੇ ਨਾਲ ਸੁਣ ਰਹੇ ਨੇ। ਬਾਬਾ ਅਮਰਦਾਸ ਜੀ ਜਿਨ੍ਹਾਂ ਨੇ ਤਾਂ ਖਡੂਰ ਦੀ ਪਾਵਨ ਧਰਤੀ ਤੇ ਕਥਾ ਸਰਵਣ ਕਰ ਰਹੀਆਂ ਨੇ। ਮੁਝ ਮਰਦਾਨੇ ਕੋਲੇ ਸੰਗਾ। ਭਾਈ ਬਾਲਾ ਜੀ ਕਥਾ ਸੁਣਾ ਰਹੇ ਹਨ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੱਗੇ ਸੁਣੋ। ਸਤਿਗੁਰੂ ਨਨਕਾਣਾ ਸਾਹਿਬ ਤੋਂ ਚੱਲੇ ਨੇ ਤੇ ਮੈਨੂੰ ਭਾਈ ਮਰਦਾਨੇ ਨੂੰ ਨਾਲ ਲਿਆ ਹੈ। ਮਿਲ ਸਭ ਸੋ ਕੀਨੋ ਪ੍ਰਸਥਾਨਾ। ਸਾਰੇ ਸਤਿਗੁਰੂ ਤਲਵੰਡੀ ਦੇ ਵਾਸੀਆਂ ਨੂੰ ਮਿਲੇ ਹਨ ਅਤੇ ਮਹਾਰਾਜ ਰਾਏ ਭੋਏ ਦੀ ਤਲਵੰਡੀ ਤੋਂ ਚੱਲੇ ਹਨ। ਜੀਤਨ ਦੰਬੀ ਜੇ ਅਗਿਆਨਾ। ਜਿਹੜੇ ਪਖੰਡੀ ਅਗਿਆਨੀ ਲੋਕ ਨੇ ਉਹਨਾਂ ਨੂੰ ਜਿੱਤਣ ਵਾਸਤੇ, ਕਿਉਂਕਿ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਦੋ ਤਰ੍ਹਾਂ ਦਾ ਹਨੇਰਾ ਆਪਾਂ ਨੂੰ ਦਿਸਦਾ ਹੈ। ਇੱਕ ਤਾਂ ਹਨੇਰਾ ਉਹ ਹੈ ਜਿਹੜਾ ਰਾਤ ਦੇ ਸਮੇਂ ਆਪਾਂ ਦੇਖਦੇ ਹਾਂ,
ਉਹ ਹਨੇਰਾ ਤਾਂ ਦੀਵੇ ਦੀ ਰੋਸ਼ਨੀ ਦੇ ਨਾਲ ਜਾਂ ਜੋ ਕਿ ਸਮੇਂ ਦੇ ਵਿੱਚ ਲਾਈਟਾਂ ਜਗਦੀਆਂ ਨੇ ਤੇ ਹਨੇਰਾ ਦੂਰ ਹੋ ਜਾਂਦਾ ਹੈ। ਪਰ ਜਿਹੜਾ ਧੁੰਦ ਵਾਲਾ ਹਨੇਰਾ ਹੈ ਉਹ ਜ਼ਿਆਦਾ ਖਤਰਨਾਕ ਹੈ, ਕਿਉਂਕਿ ਜਦ ਸਰਦੀਆਂ ਦੇ ਵਿੱਚ ਧੁੰਦ ਪੈਂਦੀ ਹੈ ਤੇ ਉਹ ਜਿਹੜਾ ਧੁੰਦ ਵਾਲਾ ਹਨੇਰਾ ਉਹ ਜ਼ਿਆਦਾ ਖਤਰਨਾਕ ਹੈ ਤੇ ਲੋਕਾਂ ਨੂੰ ਨੁਕਸਾਨ ਵੀ ਉਹਦੇ ਨਾਲ ਬਹੁਤ ਪਹੁੰਚਦਾ ਹੈ। ਜਿਸ ਵਕਤ ਸਤਿਗੁਰਾਂ ਦਾ ਆਗਮਨ ਹੁੰਦਾ ਹੈ, ਦੋ ਤਰ੍ਹਾਂ ਦਾ ਹਨੇਰਾ ਮਹਾਰਾਜ ਦੇਖਦੇ ਨੇ। ਇੱਕ ਤਾਂ ਉਹ ਲੋਕ ਸਨ ਜਿਹੜੇ ਤਾਂ ਮੁੱਢੋਂ ਹੀ ਅਗਿਆਨੀ ਸਨ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਬਾਰੇ, ਭਗਤੀ ਬਾਰੇ, ਸਿਮਰਨ ਬਾਰੇ, ਸੰਗਤ ਬਾਰੇ ਕੋਈ ਸੋਝੀ ਨਹੀਂ ਸੀ। ਉਹਨਾਂ ਨੇ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ ਤੇ ਮਹਾਰਾਜ ਜੀ ਨੇ ਉਹਨਾਂ ਦੇ ਅੰਦਰ ਗਿਆਨ ਦਾ ਦੀਵਾ ਬਾਲ ਦਿੱਤਾ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਸੀ ਉਹ ਨਾਸ਼ ਹੋ ਗਿਆ। ਪਰ ਦੂਜਾ ਹਨੇਰਾ ਸੀ ਜਿਨ੍ਹਾਂ ਨੇ ਧਰਮ ਦੀ ਪੁਸ਼ਾਕ ਪਾਈ ਸੀ, ਜਿਹੜੇ ਕਹਿੰਦੇ ਸਨ ਕਿ ਅਸੀਂ ਧਰਮੀ ਹਾਂ, ਅਸੀਂ ਪੰਡਤ ਹਾਂ, ਅਸੀਂ ਕਾਜੀ ਹਾਂ, ਅਸੀਂ ਮੁਲਾਣੇ ਹਾਂ, ਅਸੀਂ ਸਿੱਧ ਲੋਕ ਹਾਂ। ਇਹ ਲੋਕ ਤਾਂ ਇਸ ਤਰ੍ਹਾਂ ਦਾ ਹਨੇਰਾ ਸਨ, ਮਾਨੋ ਕਿ ਜਿਸ ਤਰ੍ਹਾਂ ਧੁੰਦ ਹੁੰਦੀ ਹੈ ਤੇ ਉਹਦੇ ਨਾਲ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਕੇਵਲ ਆਪਣੇ ਤਨ ਦੇ ਉੱਤੇ ਲਿਬਾਸ ਧਾਰਨ ਕੀਤਾ, ਪਰ ਪ੍ਰੇਮਾ ਭਗਤੀ ਤੋਂ, ਪ੍ਰਭੂ ਦੀ ਭਗਤੀ ਤੋਂ, ਸਿਮਰਨ ਤੋਂ, ਬੰਦਗੀ ਤੋਂ, ਸੰਗਤ ਤੋਂ ਦੂਰ ਸਨ। ਆਪ ਕਰਮਕਾਂਡ ਕਰਦੇ ਸਨ, ਦੂਜਿਆਂ ਨੂੰ ਵੀ ਕਰਮਕਾਂਡਾਂ ਦੇ ਵਿੱਚ ਜੋੜਦੇ ਸਨ। ਜਿੱਥੇ ਆਪਣਾ ਮਨੁੱਖਾ ਜਨਮ ਬਿਰਥਾ ਜਾ ਰਿਹਾ ਸੀ ਇਹਨਾਂ ਕਰਮਾਂ ਕਾਂਡਾਂ ਦੇ ਵਿੱਚ, ਉੱਥੇ ਜਿਹੜੇ ਇਹਨਾਂ ਦੀ ਸੰਗਤ ਕਰਨ ਵਾਲੇ ਸਨ ਉਹ ਵੀ ਇਹਨਾਂ ਪਿੱਛੇ ਲੱਗ ਕਰਕੇ ਇਹ ਜਿਹੜਾ ਜਨਮ ਸੀ ਇਹ ਬਿਰਥਾ ਗਵਾ ਰਹੇ ਨੇ। ਉਹਨਾਂ ਦੇ ਅਗਿਆਨਤਾ ਦੇ ਹਨੇਰੇ ਨੂੰ ਨਾਸ਼ ਕਰਨ ਵਾਸਤੇ, ਪਖੰਡਾਂ ਦੇ, ਦੰਭੀਆਂ ਦੇ ਪਖੰਡਾਂ ਨੂੰ ਨਾਸ਼ ਕਰਨ ਵਾਸਤੇ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਚੱਲੇ ਹਨ। ਕਬਿਤ ਦਿਗ ਵਿਜੈ ਹੇਤ ਸਾਜ ਬੇਦੀ ਕੁਲ ਕੀਤ ਦਲ। ਦਿਗ ਵਿਜੈ ਹੇਤ ਸਾਜ ਬੇਦੀ ਕੁਲ ਕੇਤ ਦਲ, ਚੱਲੇ ਦੰਭ ਦਲਬੇ ਕੋ ਦਲਨ ਬਿਦਾਰੀਆ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਪਖੰਡ ਨੂੰ ਨਾਸ਼ ਕਰਨ ਵਾਸਤੇ ਸਤਿਗੁਰੂ ਆਪਣੀ ਫੌਜ ਲੈ ਕੇ ਚੱਲੇ ਨੇ। ਕਿਉਂਕਿ ਜਦੋਂ ਵੀ ਕੋਈ ਕਿਸੇ ਦੀ ਫੌਜ ਦੇ ਉੱਤੇ ਚੜ੍ਹਾਈ ਕਰਦਾ, ਕਿਸੇ ਮੁਲਕ ਤੇ ਚੜ੍ਹਾਈ ਕਰਕੇ ਜਾਂਦਾ ਹੈ ਤੇ ਆਪਣੀ ਫੌਜ ਜਿਹੜੀ ਆ ਉਹ ਤਿਆਰ ਕਰਕੇ ਜਾਂਦਾ ਹੈ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਪਖੰਡਾਂ ਨੂੰ ਨਾਸ਼ ਕਰਨ ਵਾਸਤੇ ਚੱਲੇ ਨੇ ਤੇ ਸਤਿਗੁਰਾਂ ਦੀ ਫੌਜ ਕਿਹੜੀ ਹੈ ਉਹ ਦੱਸਦੇ ਹਨ। ਭਗਤ ਕੀ ਕੇਤ ਪਟ ਪ੍ਰੇਮ ਕੋ ਸਮੇਤ ਕਰ। ਜਦੋਂ ਕੋਈ ਰਾਜਾ ਦੂਜੇ ਰਾਜ ਤੇ ਚੜ੍ਹਾਈ ਕਰਕੇ ਜਾਂਦਾ ਹੈ ਤੇ ਸਭ ਤੋਂ ਅੱਗੇ ਆਪਣਾ ਜਿਹੜਾ ਨਿਸ਼ਾਨ ਸੀ ਉਹ ਲਗਾਉਂਦੇ ਨੇ। ਇੱਥੇ ਨਿਸ਼ਾਨ ਕਿਹੜਾ ਸੀ? ਭਗਤੀ ਦਾ ਨਿਸ਼ਾਨ ਮਹਾਰਾਜ ਜੀ ਨੇ ਨਾਲ ਲਿਆ ਹੈ। ਹੁਣ ਜਿਹੜਾ ਨਿਸ਼ਾਨ ਅੱਗੇ ਝੂਲਦਾ ਹੈ ਨਾ ਫੌਜਾਂ ਦੇ, ਉਹ ਨਿਸ਼ਾਨ ਜਿਹੜਾ ਹੈ ਉਹ ਕੱਪੜੇ ਦਾ ਬਣਿਆ ਹੁੰਦਾ ਹੈ। ਕਹਿੰਦੇ ਭਗਤੀ ਦਾ ਨਿਸ਼ਾਨ ਤੇ ਜਿਹੜਾ ਕੱਪੜਾ ਕਿਹੜਾ ਸੀ? ਉਹ ਪ੍ਰੇਮ ਦਾ ਕੱਪੜਾ ਸੀ। ਪ੍ਰੇਮ ਪਟੋਲਾ ਤੈ ਸਹਿ ਦਿੱਤਾ। ਪ੍ਰੇਮ ਦਾ ਕੱਪੜਾ ਜਿਹੜਾ ਸੀ ਤੇ ਭਗਤੀ ਦਾ ਨਿਸ਼ਾਨ ਜਿਹੜਾ ਸੀ ਉਹ ਲੈ ਕੇ ਸਤਿਗੁਰੂ ਚੱਲੇ ਹਨ। ਕੀਰਤ ਨਿਸ਼ਾਨੋ ਕਰ ਕਰ ਹਾਨੋ ਕੰਨ ਪਾਰਿਆ। ਤੇ ਪਰਮਾਤਮਾ ਦੀ ਜਿਹੜੀ ਕੀਰਤੀ ਸੀ, ਮਾਨੋ ਕਿ ਇਹੋ ਹੀ ਜਿਹੜਾ ਫਰਲਾ ਸੀ ਇਹ ਲਹਿਰਾ ਰਿਹਾ ਸੀ। ਗਿਆਨ ਕੋ ਖੜਗ ਤਰ ਜੁਗਤ ਕਮਾਨ ਕਰ। ਤੇ ਗਿਆਨ ਦੀ ਤਲਵਾਰ ਸਤਿਗੁਰਾਂ ਨੇ ਲਈ ਹੈ ਤੇ ਜੁਗਤ ਕਮਾਨ ਕਰ। ਕਈ ਤਰ੍ਹਾਂ ਦੀਆਂ ਜੁਗਤੀਆਂ ਦਲੀਲਾਂ ਜਿਹੜੀਆਂ ਨੇ ਇਹ ਸਤਿਗੁਰਾਂ ਦੇ ਕੋਲ ਕਮਾਨ ਹੈ। ਨਾਨਾ ਦ੍ਰਿਸ਼ਟਾਂਤ ਲੀ ਨਸਲੀ ਮੁਖ ਧਾਰਿਆ। ਤੇ ਕਈ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਹਨ ਇਹ ਮਹਾਰਾਜ ਜੀ ਨੇ ਆਪਣੇ ਨਾਲ ਤੀਰ ਲਏ ਨੇ। ਸਤਿਗੁਰਾਂ ਕੋਲ ਕਿਹੜੀ ਤਲਵਾਰ ਹੈ, ਕਿਹੜਾ ਕਮਾਨ ਹੈ, ਕਿਹੜੇ ਤੀਰ ਨੇ, ਉਹਨਾਂ ਦਾ ਜ਼ਿਕਰ ਇੱਥੇ ਕਰਦੇ ਹਨ। ਕਹਿੰਦੇ ਸਤਿਗੁਰਾਂ ਦੇ ਕੋਲ ਗਿਆਨ ਰੂਪੀ ਤਲਵਾਰ ਹੈ ਅਤੇ ਜੁਗਤੀਆਂ ਦਲੀਲਾਂ ਰੂਪੀ ਮਹਾਰਾਜ ਦੇ ਕੋਲ ਕਮਾਨ ਹੈ। ਗਿਆਨ ਰੂਪੀ ਤਲਵਾਰ ਹੈ। ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਜਿਹੜੇ ਤੀਰ ਮਹਾਰਾਜ ਜੀ ਨੇ ਲਏ ਹਨ। ਜਹਾਂ ਦਿੜ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਹੇ। ਜਹਾਂ ਦਿੜ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਹੇ ਕੈ ਮੈਦਾਨ ਕੀਦ ਮਿਲੇ ਅਰ ਹਾਰੀਆ। ਜਿੱਥੇ ਜਹਾਂ ਦਿੜ ਕੋਟ, ਜਿੱਥੇ ਪਖੰਡ ਰੂਪੀ ਕਿਲੇ ਸਨ, ਉੱਥੇ ਮਹਾਰਾਜ ਜੀ ਨੇ ਕਰਾਮਾਤਾਂ ਰੂਪੀ ਤੋਪ ਦੇ ਨਾਲ ਇਹਨਾਂ ਕਿਲਿਆਂ ਨੂੰ ਢਾਹ ਕਰਕੇ ਮੈਦਾਨੀ ਪੱਧਰਾ ਕਰ ਦਿੱਤਾ ਅਤੇ ਜਿਹੜੇ ਵੈਰੀ ਸਨ, ਪਖੰਡੀ ਸਨ, ਹੰਕਾਰੀ ਸਨ,
ਉਹਨਾਂ ਦੇ ਹੰਕਾਰ ਨੂੰ ਨਾਸ਼ ਕੀਤਾ। ਕਬਿਤ ਸਤਨਾਮ ਸਿਮਰਨ ਪਹਿਰ ਸਨਾਹ ਤਨ। ਸਤਿਗੁਰੂ ਜੀ ਨੇ ਪ੍ਰਭੂ ਦੇ ਸਿਮਰਨ ਦੀ ਆਪਣੇ ਤਨ ਦੇ ਉੱਤੇ ਸੰਜੋ ਪੈਣੀ ਹੋਈ ਹੈ। ਕੋਟਕ ਧਰਕ ਤਰਵਾਰ ਨਾ ਕਟਤ ਹੈ। ਜਿਸ ਸੰਜੋ ਨੂੰ ਕਰੋੜਾਂ ਜਿਹੜੀਆਂ ਤਲਵਾਰਾਂ ਨੇ ਨਾ, ਕਿਹੜੀਆਂ ਤਲਵਾਰਾਂ? ਤਰਕਾਂ ਰੂਪੀ ਤਲਵਾਰਾਂ ਜਿਹੜੀਆਂ ਉਹ ਸੰਜੋ ਨੂੰ ਨਹੀਂ ਕੱਟ ਸਕਦੀਆਂ। ਬਾਹਰ ਮੁਖੀ ਸੂਰਮਿਆਂ ਨੇ ਆਪਣੇ ਤਨ ਦੇ ਉੱਤੇ ਲੋਹੇ ਦੀ ਸੰਜੋ ਪੈਣੀ ਹੁੰਦੀ ਹੈ। ਸੰਜੋ ਪਾਉਣ ਦਾ ਕਾਰਨ ਹੀ ਹੁੰਦਾ ਸੀ ਕਿ ਜਿੱਥੇ ਬਹੁਤੀਆਂ ਫੌਜਾਂ ਹੋਣ ਉੱਥੇ ਸੂਰਮੇ ਆਪਣੇ ਤਨ ਨੂੰ ਸੰਜੋ ਦੇ ਨਾਲ ਢੱਕਦੇ ਸਨ, ਜਿਹਨੂੰ ਲੋਹੇ ਦਾ ਬਸਤਰ ਕਹਿੰਦੇ। ਉਹ ਪਾ ਕੇ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਜੂਝਦੇ ਸਨ। ਇੱਥੇ ਮਹਾਰਾਜ ਜੀ ਨੇ ਪ੍ਰਭੂ ਦੇ ਸਿਮਰਨ ਦੀ ਆਪਣੇ ਤਨ ਦੇ ਉੱਤੇ ਸੰਜੋ ਪੈਣੀ। ਇਹ ਸੰਜੋ ਨੂੰ ਤਾਂ ਕਰੋੜਾਂ ਜਿਹੜੀਆਂ ਤਰਕਾਂ ਰੂਪੀ ਤਲਵਾਰਾਂ ਸਨ ਉਹ ਨਹੀਂ ਸਨ ਕੱਟ ਸਕਦੀਆਂ। ਨੀਵੋ ਮਨ ਰਾਖਨੋ ਅਗਾਰੀ ਹੈ ਸਿਪਰ ਦਿੜ। ਆਪਣੇ ਮਨ ਨੂੰ ਨੀਵਾਂ ਰੱਖਣਾ, ਨਿਮਰਤਾ ਦੇ ਵਿੱਚ ਰੱਖਣਾ, ਇਹ ਗੁਰੂ ਜੀ ਨੇ ਢਾਲ ਅੱਗੇ ਲਈ ਹੈ। ਰੋਸ ਰੂਪ ਤੀਰ ਜਾ ਕੋ ਛੋਹੇ ਨਾ ਸਕਤ ਹੈ। ਤੇ ਕ੍ਰੋਧ ਰੂਪੀ ਤੀਰ ਜਿਹੜਾ ਸੀ ਇਸ ਢਾਲ ਨੂੰ ਨਹੀਂ ਸੀ ਛੂ ਸਕਦਾ। ਕਰੁਣਾ ਕੀ ਰਥ ਉਪਕਾਰ ਕੇ ਤੁਰੰਗ ਜੋਰ। ਤੇ ਕਿਰਪਾ ਦਾ ਰਥ ਲਿਆ ਹੈ, ਉਪਕਾਰ ਦੇ ਘੋੜੇ ਜੋੜੇ ਹਨ। ਸਤ ਕੀਨੋ ਸੂਤ ਬ੍ਰਿਤ ਡੋਰਨ ਜਟਤ ਹੈ। ਜਿਹੜਾ ਸਤ ਹੈ ਇਹ ਰਥਵਾਹੀ ਹੈ। ਰਥਵਾਹੀ ਹੁੰਦਾ ਰਥ ਨੂੰ ਹਿੰਕਣ ਵਾਲਾ। ਤੇ ਬ੍ਰਿਤ ਡੋਰਨ ਜੜਤ ਹੈ, ਜਿਹੜੀ ਬਿਰਤੀ ਨੂੰ ਸ਼ਬਦ ਦੇ ਵਿੱਚ ਜੋੜਨਾ। ਇਹ ਡੋਰੀਆਂ ਘੋੜੇ ਦੇ ਨਾਲ ਜੋੜੀਆਂ ਹਨ। ਧੀਰਜ ਸੰਤੋਖ ਦਾਨ ਆਦ ਜੇ ਵਿਗਿਆਨ ਜੋਦਾ। ਤੇ ਮਹਾਰਾਜ ਜੀ ਦੇ ਨਾਲ ਯੋਧੇ ਕਿਹੜੇ ਹਨ? ਧੀਰਜ, ਸੰਤੋਖ, ਦਾਨ, ਇਹ ਸਤਿਗੁਰੂ ਜੀ ਨੇ ਯੋਧੇ ਨਾਲ ਲਏ ਹਨ। ਛੱਡੇ ਮੋਹ ਜੀਤ ਬੇਕੋ ਮਾਰ ਹੀ ਰਟਤ ਹੈ। ਮੋਹ ਰੂਪੀ ਫੌਜ ਨੂੰ ਜਿੱਤਣ ਵਾਸਤੇ ਸਤਿਗੁਰਾਂ ਦੀ ਇਹ ਫੌਜ ਚੱਲੀ ਹੈ। ਦੋਹਰਾ ਸ਼ਰਦਾ ਸਮਤਾ ਸੁਮਤ ਧਰਮ। ਸ਼ਰਧਾ ਰੱਖਣੀ, ਬਰਾਬਰਤਾ ਰੱਖਣੀ, ਸ਼੍ਰੇਸ਼ਟ ਮਤ ਤੇ ਧਰਮ, ਭਾਉ ਭਲੇ ਇਸ਼ਨਾਨ ਤੇ ਪ੍ਰੇਮ ਰੱਖਣਾ, ਤੇ ਚੰਗਾ ਜਿਹੜਾ ਇਸ਼ਨਾਨ ਵੇਲੇ ਸਿਰ ਕਰਨਾ। ਇਤਿਆਦਿਕ ਦਲ ਲੈ ਗੁਰੂ ਕਰਤ ਭਏ ਪ੍ਰਸਥਾਨ। ਇਤਿਆਦਿਕ ਇਹਨਾਂ ਫੌਜਾਂ ਦੇ ਸਮੇਤ ਸਤਿਗੁਰੂ ਜੀ ਆਪਣੇ ਨਗਰ ਤਲਵੰਡੀ ਤੋਂ ਨਨਕਾਣੇ ਤੋਂ ਹੁਣ ਮਹਾਰਾਜ ਚੱਲੇ ਹਨ। ਦੋਹਰਾ ਪੂਰਨ ਦੇਖਿਓ ਆਤਮਾ ਦ੍ਰੈਵਤ ਸਰਬ ਨਿਵਾਰ। ਪੂਰਨ ਦੇਖਿਓ ਆਤਮਾ ਦਵੈਤੈ ਸਰਬ ਨਿਵਾਰ। ਸਤਿਗੁਰੂ ਜੀ ਨੇ ਇੱਕ ਆਤਮਾ ਨੂੰ, ਪਰਮਾਤਮਾ ਦੀ ਅੰਸ਼ ਨੂੰ ਹੀ ਸੰਸਾਰ ਦੇ ਵਿੱਚ ਦੇਖਿਆ ਹੈ। ਦਵੈਤੈ ਸਰਬ ਨਿਵਾਰ, ਤੇ ਜਿਹੜੀ ਦਵੈਤ ਈਰਖਾ ਸੀ ਨਾ, ਇਹਨੂੰ ਨਿਵਾਰ ਦੂਰ ਕਰ ਦਿੱਤਾ। ਕਿਉਂਕਿ ਜਿਹੜਾ ਉਪਦੇਸ਼ ਸਤਿਗੁਰੂ ਜੀ ਨੇ ਹਿੰਦੂ ਧਰਮ ਸਥਾਨਾਂ ਦੇ ਉੱਤੇ ਦਿੱਤਾ, ਉਹੀ ਉਪਦੇਸ਼ ਸਤਿਗੁਰੂ ਜੀ ਨੇ ਜਿਹੜੇ ਇਸਲਾਮ ਧਰਮ ਕੇਂਦਰ ਸਨ ਉੱਥੇ ਦਿੱਤਾ। ਕਿਉਂਕਿ ਸਤਿਗੁਰਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਦਵੈਤ ਨਹੀਂ, ਈਰਖਾ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਸਾਰੀ ਅੰਦਰੋਂ ਈਰਖਾ ਨਿਵਾਰ ਦੂਰ ਕਰਕੇ ਪੂਰਨ ਦੇਖਿਓ ਆਤਮਾ, ਇੱਕ ਆਤਮਾ ਹੀ ਸਾਰਿਆਂ ਦੇ ਅੰਦਰ ਦੇਖੀ ਹੈ। ਮਹਾਰਾਜ ਜੀ ਨੂੰ ਇਹ ਸ੍ਰਿਸ਼ਟੀ ਦੇ ਉੱਤੇ ਜਿਹੜਾ ਸੀ ਉਹ ਤਰਸ ਆਇਆ, ਤੇ ਇਸ ਲੁਕਾਈ ਦੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ, ਇਹ ਅੱਗ ਬੁਝਾਉਣ ਵਾਸਤੇ, ਈਰਖਾ ਦੀ ਅੱਗ ਬੁਝਾਉਣ ਵਾਸਤੇ ਸਤਨਾਮ ਦਾ ਛਿੱਟਾ ਸਤਿਗੁਰੂ ਸਾਰਿਆਂ ਨੂੰ ਦੇਣ ਚੱਲੇ ਹਨ। ਭਏ ਸ਼ਾਂਤ ਮਨ ਸੰਤ ਜੇ ਤਿਨ ਪਦ ਨਮੋ ਹਰਾ ਹਮਾਰ। ਤੇ ਭਏ ਸ਼ਾਂਤ ਮਨ ਸੰਤ ਜੇ, ਜਿਹੜੇ ਸੰਤ ਜਨ ਮਨ ਕਰਕੇ ਸ਼ਾਂਤ ਹੋ ਗਏ, ਭਗਤੀ ਦੇ ਨਾਲ, ਸਿਮਰਨ ਦੇ ਨਾਲ, ਜਿਨ੍ਹਾਂ ਦੇ ਅੰਦਰ ਵਿਕਾਰਾਂ ਤੋਂ ਸ਼ਾਂਤ ਹੋ ਗਏ, ਕਵੀ ਜੀ ਕਹਿੰਦੇ ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਸ੍ਰੀ ਬਾਲਾ ਸੰਦੁਰਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਅੱਗੇ ਉਚਾਰਦੇ ਹਨ। ਚਉਪਈ ਹਿਤ ਤੀਰਥ ਕੇ ਕੀਨ ਉਦਾਸੀ। ਜਿਹੜਾ ਤੀਰਥ ਸਥਾਨ ਸੀ ਇਹ ਕੁਰਕਸ਼ੇਤਰ ਦੀ ਧਰਤੀ ਤੇ, ਕਿਉਂਕਿ ਬਹੁਤ ਵੱਡਾ ਇੱਥੇ ਜਿਹੜਾ ਸੂਰਜ ਗ੍ਰਹਿਣ ਤੇ ਮੇਲਾ ਲੱਗਦਾ ਸੀ, ਤੇ ਸਤਿਗੁਰੂ ਜੀ ਨੇ ਹੁਣ ਜਿਹੜੀ ਅਗਲੀ ਉਦਾਸੀ ਆਰੰਭ ਕੀਤੀ ਹੈ, ਨਨਕਾਣੇ ਤੋਂ ਮਹਾਰਾਜ ਚੱਲੇ ਨੇ, ਤੇ ਇਹਨਾਂ ਤੀਰਥ ਸਥਾਨਾਂ ਦੇ ਉੱਤੇ ਸਤਿਗੁਰੂ ਪਹੁੰਚੇ ਹਨ। ਕਰਨ ਨਿਹਾਲ ਨਰਨ ਸੁਖ ਰਾਸੀ। ਇਹਨਾਂ ਤੀਰਥਾਂ ਦੇ ਉੱਤੇ ਜਿਹੜੇ ਲੋਕ ਸਨ ਆਪਣੇ ਮਨ ਨੂੰ ਅੰਦਰ ਨੂੰ ਸ਼ਾਂਤ ਕਰਨ ਵਾਸਤੇ ਆਉਂਦੇ ਸਨ, ਪਰ ਅੰਦਰ ਗਿਆਨ ਨਾ ਹੋਣ ਕਰਕੇ, ਸਿਮਰਨ ਬੰਦਗੀ ਭਗਤੀ ਨਾ ਹੋਣ ਕਰਕੇ ਅੰਦਰ ਸੁਖੀ ਨਹੀਂ ਸੀ ਹੁੰਦਾ। ਇਹਨਾਂ ਨੂੰ ਨਿਹਾਲ ਕਰਨ ਵਾਸਤੇ, ਸੁਖੀ ਕਰਨ ਵਾਸਤੇ ਸਤਿਗੁਰੂ ਚੱਲੇ ਹਨ। ਪ੍ਰਥਮੈ ਕੁਰਖੇਤਰ ਮਹਿ ਆਏ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨਨਕਾਣੇ ਤੋਂ ਚੱਲ ਕੇ ਕੁਰਕਸ਼ੇਤਰ ਪਹੁੰਚਦੇ ਨੇ। ਸੰਗਤ ਜੀ, ਅੰਬਾਲੇ ਤੋਂ ਅੱਗੇ ਜਿਹੜਾ ਸ਼ਹਿਰ ਆਉਂਦਾ ਹੈ, ਜਦ ਦਿੱਲੀ ਵੱਲ ਜਾਈਏ
ਤੇ ਅੰਬਾਲਾ ਲੰਘਦਿਆਂ ਫਿਰ ਅੱਗੇ ਕੁਰੂਕਸ਼ੇਤਰ ਆਉਂਦਾ ਹੈ, ਜਿੱਥੇ ਮਹਾਭਾਰਤ ਦਾ ਜੰਗ ਹੋਇਆ ਸੀ। ਇਹ ਬਹੁਤ ਪੁਰਾਤਨ ਜਿਹੜਾ ਤੀਰਥ ਸਥਾਨ ਹੈ, ਕਿਉਂਕਿ ਮਹਾਭਾਰਤ ਦਾ ਜੰਗ ਤਾਂ ਦੁਆਪਰ ਦੇ ਵੇਲੇ ਹੋਇਆ, ਤੇ ਇਹ ਤੀਰਥ ਸਥਾਨ ਉਦੋਂ ਦਾ ਹੀ ਉਸ ਤੋਂ ਪਹਿਲਾਂ ਦਾ ਵਸਿਆ ਹੋਇਆ, ਤੇ ਬਹੁਤ ਵੱਡਾ ਇਹ ਸਨਾਤਨ ਮਤ ਦੇ ਵਿੱਚ ਮਹਾਤਮ ਰੱਖਦਾ ਸੀ। ਸਭ ਤੋਂ ਪਹਿਲਾਂ ਸਤਿਗੁਰੂ ਜੀ ਕੁਰੂਕਸ਼ੇਤਰ ਗਏ ਹਨ। ਵੈਸੇ ਏਕ ਥਾਨ ਮਨ ਪਾਏ, ਤੇ ਮਨ ਦੀ ਇੱਛਾ ਅਨੁਸਾਰ ਸਤਿਗੁਰੂ ਜੀ ਨਗਰ ਤੋਂ ਬਾਰ-ਬਾਰ ਬੈਠ ਗਏ ਹਨ। ਸੂਰਜ ਪਰਬ ਹੁਤੋ ਤਿਹ ਕਾਲਾ, ਤੇ ਉਸ ਸਮੇਂ ਸੂਰਜ ਦਾ ਜਿਹੜਾ ਪੁਰਬ ਸੀ, ਭਾਵ ਸੂਰਜ ਗ੍ਰਹਿਣ ਦਾ ਇਹ ਦਿਨ ਜਿਹੜਾ ਸੀ, ਬਹੁਤ ਭਾਰੀ ਮੇਲਾ ਲੱਗਦਾ ਸੀ। ਮੇਲਾ ਇਕਠੋ ਭਇਓ ਬਿਸਾਲਾ, ਸੂਰਜ ਗ੍ਰਹਿਣ ਵੇਲੇ ਬਹੁਤ ਭਾਰੀ ਇੱਥੇ ਮੇਲੇ ਦਾ ਇਕੱਠ ਹੁੰਦਾ ਸੀ। ਦਿਵਜ ਆਦਿਕ ਜੇ ਚਾਰੋਂ ਬਰਨੇ, ਜਿਹੜੇ ਚਾਰੇ ਵਰਨ ਸਨ, ਜਿਸ ਤਰ੍ਹਾਂ ਬ੍ਰਾਹਮਣ, ਖੱਤਰੀ, ਸੂਦ, ਵੈਸ, ਚਾਰੇ ਵਰਨਾਂ ਦੇ ਲੋਕ ਜਿਹੜੇ ਸੀ, ਆਵਤ ਪੇਹਿਤ ਮੱਜਨ ਕਰਨੇ, ਇਕੱਠੇ ਹੋ ਕੇ ਤੇ ਇਸ ਧਰਤੀ ਦੇ ਉੱਤੇ ਇਸ਼ਨਾਨ ਕਰਨ ਦੇ ਲਈ ਸੂਰਜ ਗ੍ਰਹਿਣ ਵੇਲੇ ਪਹੁੰਚਦੇ ਸਨ। ਆਸ਼ਰਮ ਹੈ ਗ੍ਰਹਿ ਸਾਤਾਦਿਕ, ਜਿਹੜੇ 4 ਆਸ਼ਰਮ ਮੰਨੇ ਹਨ, ਬਾਨਪ੍ਰਸਤੀ, ਸੰਨਿਆਸੀ, ਬ੍ਰਹਮਚਾਰੀ, ਗ੍ਰਸਤੀ, ਇਹ ਸਾਰੇ ਲੋਕ ਆਵਤ ਪੇ ਚਾਰੋਂ ਮਿਲ ਤੇਊ, ਚਾਰੇ ਮਿਲ ਕੇ ਜਿਹੜੇ ਸਨ ਇਸ ਪੁਰਬ ਦੇ ਉੱਤੇ ਇਕੱਤਰ ਹੋਏ ਹਨ। ਖੜ ਦਰਸ਼ਨ ਤੇ ਆਦ ਜੇ ਔਰਾ, ਜਿਹੜੇ 6 ਦਰਸ਼ਨਾਂ ਵਾਲੇ, 6 ਭੇਖਾਂ ਵਾਲੇ ਅਤੇ ਹੋਰ ਲੋਕ ਪੁਰਬ ਕਰਨ ਆਏ ਤੇ ਠੌਰਾ, ਸਾਰੇ ਇਕੱਠੇ ਹੋ ਕਰਕੇ ਤੇ ਕੁਰੂਕਸ਼ੇਤਰ ਪਹੁੰਚੇ ਹਨ। ਸ੍ਰੀ ਨਾਨਕ ਠਾਨੀ ਮਨ ਆਸੇ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਵਿੱਚ ਇਸ ਤਰ੍ਹਾਂ ਵਿਚਾਰਿਆ ਇਨ ਸੋ ਚਰਚਾ ਕਰੀਏ ਕੈਸੇ, ਕਿ ਇਹਨਾਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਚਰਚਾ ਕਰੀਏ, ਕਿਉਂਕਿ ਇਸ ਪੁਰਬ ਦੇ ਵਿੱਚ ਉਹ ਵੀ ਚੱਲ ਕੇ ਆਇਆ ਜਿਹੜਾ ਆਪਣੇ ਆਪ ਨੂੰ ਨਾਨਕ ਚੰਦ, ਨਾਨੂ ਪੰਡਤ ਜਿਹੜਾ ਸੀ ਉਹ ਅਖਵਾਉਂਦਾ ਸੀ। ਇਹਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ ਸੀ, ਤੇ ਭਵਿੱਖਤ ਪੁਰਾਣ ਦੇ ਵਿੱਚ ਪਹਿਲਾਂ ਹੀ ਜ਼ਿਕਰ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਪਰਮਾਤਮਾ ਨੇ, ਉਸ ਨਿਰੰਕਾਰ ਨੇ, ਨਾਰਾਇਣ ਨੇ ਆਕਾਰ ਧਾਰਨ ਕਰਕੇ ਸੰਸਾਰ ਦੇ ਵਿੱਚ ਆਗਮਨ ਉਹਦਾ ਹੋਵੇਗਾ, ਤੇ ਨਾਨਕ ਨਾਮ ਰਖਵਾ ਕੇ ਸੰਸਾਰ ਤੇ ਆਉਣਗੇ। ਇਸ ਕਰਕੇ ਨਾਨੂ ਪੰਡਤ ਨੇ ਆਪਣਾ ਨਾਮ ਵੀ ਨਾਨਕ ਚੰਦ ਰੱਖਿਆ ਹੋਇਆ ਸੀ। ਬੜਾ ਵਿਦਵਾਨ ਪੰਡਤ ਸੀ, ਦਿਗਵਿਜੇ ਨੇ ਕੀਤੀ ਸੀ, ਸਾਰੇ ਪਾਸੇ ਇਹਨੇ ਵੱਡੇ ਵੱਡੇ ਵਿਦਵਾਨ ਜਿੱਤੇ ਹੋਏ ਸਨ। ਇਸ ਕਰਕੇ ਵੱਡੇ ਵੱਡੇ ਪੰਡਤ ਇਸ ਪੁਰਬ ਦੇ ਵਿੱਚ ਇਕੱਤਰ ਹੋਏ ਹਨ। ਹੁਣ ਸਤਿਗੁਰਾਂ ਨੇ ਵਿਚਾਰਿਆ ਕਿ ਇਹਨਾਂ ਦੇ ਨਾਲ ਕਿਸ ਤਰ੍ਹਾਂ ਚਰਚਾ ਕੀਤੀ ਜਾਵੇ, ਕਿਉਂਕਿ ਸਤਿਗੁਰੂ ਜਿੱਥੇ ਵੀ ਜਾਂਦੇ ਕੁਝ ਵੱਖਰਾ ਐਸਾ ਕੌਤਕ ਕਰਦੇ, ਜਿਸ ਕੌਤਕ ਨੂੰ ਦੇਖ ਕਰਕੇ ਸਾਰੇ ਆਪਣੇ ਆਪ ਹੀ ਇਕੱਤਰ ਹੋ ਜਾਂਦੇ ਸੀ, ਆਪਣੇ ਆਪ ਹੀ ਇਕੱਠੇ ਹੋ ਕੇ ਆ ਜਾਂਦੇ ਸਨ। ਜਿਸ ਤਰ੍ਹਾਂ ਮਹਾਰਾਜ ਮਸੀਤ ਗਏ ਹਨ, ਸੋ ਮੱਕੇ ਗਏ ਨੇ ਤੇ ਚਰਨਾਂ ਦੇ ਨਾਲ ਮੱਕਾ ਘੁੰਮਿਆ, ਸਾਰੇ ਕਾਜੀ ਮੁੱਲਾ ਇਕੱਠੇ ਹੋ ਕੇ ਆਏ ਤੇ ਗੁਰੂ ਸਾਹਿਬ ਜੀ ਦਾ ਉਹਨਾਂ ਉਪਦੇਸ਼ ਲਿਆ। ਸਤਿਗੁਰੂ ਜੀ ਕਾਬੇ ਗਏ, ਕਹਿੰਦੇ ਸਨ ਕਿ ਇੱਥੇ ਕੋਈ ਨਹੀਂ ਅੰਦਰ ਆ ਸਕਦਾ, ਪਰ ਜਦੋਂ ਮੁਹੰਮਦ ਸਾਹਿਬ ਦੀ ਕਬਰ ਨੇ ਝੁੱਕ ਕੇ ਸਤਿਗੁਰਾਂ ਨੂੰ ਸਜਦਾ ਕੀਤੀ, ਫਿਰ ਸਾਰੇ ਹੀ ਮਹਾਰਾਜ ਦੇ ਚਰਨਾਂ ਵਿੱਚ ਆਏ ਤੇ ਉਪਦੇਸ਼ ਲੈਣ ਲਈ ਤਿਆਰ ਹੋ ਗਏ। ਇਸ ਕਰਕੇ ਗੁਰੂ ਜੀ ਨੇ ਕੋਈ ਐਸਾ ਕੌਤਕ ਕੀਤਾ ਹੈ, ਜਾਂ ਮਹਾਰਾਜ ਜੀ ਨੇ ਕੁਝ ਪਹਿਰਾਵਾ ਐਸਾ ਪਾਉਣਾ, ਕੁਝ ਵੱਖਰਾ ਕਰਮ ਉੱਥੇ ਜਾ ਕੇ ਕਰਨਾ ਕਿ ਆਪੇ ਇਹਨਾਂ ਦਾ ਉੱਥੇ ਇਕੱਠ ਹੋਵੇ, ਤੇ ਫਿਰ ਮਹਾਰਾਜ ਜੀ ਦੇ ਪਾਸ ਚੱਲ ਕੇ ਆ ਕੇ ਉਪਦੇਸ਼ ਲੈਂਦੇ ਸਨ। ਗੁਰੂ ਜੀ ਨੇ ਵਿਚਾਰਿਆ ਕਿ ਹੁਣ ਇਹਨਾਂ ਨਾਲ ਕਿਸ ਤਰ੍ਹਾਂ ਚਰਚਾ ਇੱਥੇ ਕੀਤੀ ਜਾਵੇ। ਪੰਡਤ ਵੱਡੇ ਹਿਰਦੇ ਜਿਨ ਗਰਬਾ, ਇਹ ਵੱਡੇ ਪੰਡਤ ਜਿਨ੍ਹਾਂ ਦੇ ਮਨ ਦੇ ਵਿੱਚ ਬੜਾ ਗਰਬਾ ਮਾਨ ਹੈ, ਬੜਾ ਹੰਕਾਰ ਹੈ। ਮਾਨੀ ਸੰਨਿਆਸੀ ਜੇ ਸਰਬਾ, ਬੜੇ ਹੰਕਾਰੀ ਨੇ ਤੇ ਆਪਣੇ ਆਪ ਦੇ ਵਿੱਚ ਸੰਨਿਆਸੀ ਬਣੇ ਨੇ, ਕਿਉਂਕਿ ਜਿੱਥੇ 4 ਭਾਗਾਂ ਵਿੱਚ ਮਨੁੱਖ ਨੂੰ ਵੰਡ ਦਿੱਤਾ, ਉਥੇ 4 ਭਾਗ ਹੋਰ ਮਨੁੱਖ ਦੇ ਕਰ ਦਿੱਤੇ ਸਨ। ਪਹਿਲਾਂ ਬ੍ਰਹਮਚਾਰੀ, ਫਿਰ ਗ੍ਰਸਤੀ, ਫਿਰ ਸੰਨਿਆਸੀ ਤੇ ਫਿਰ ਬਾਨਪ੍ਰਸਤੀ। ਇੱਥੇ ਬਹੁਤ ਜ਼ਿਆਦਾ ਸੰਨਿਆਸੀ ਇਕੱਠੇ ਹੋਏ ਸਨ। ਇੱਕ ਸਥਾਨ ਮੈਂ ਕੀਨੋ ਆਸਨ, ਇੱਕ ਜਗ੍ਹਾ ਉੱਤੇ ਇਹਨਾਂ ਨੇ, ਸਤਿਗੁਰਾਂ ਨੇ ਆਪਣਾ ਆਸਣ ਲਾ ਲਿਆ। ਵੈਸ ਰਹੇ ਮਦ ਦੰਭ ਬਿਨਾਸਨ, ਸਤਿਗੁਰੂ ਜੀ ਇਹਨਾਂ ਪਖੰਡੀਆਂ ਦਾ ਪਖੰਡ ਨਾਸ ਕਰਨ ਵਾਸਤੇ ਉੱਥੇ ਬੈਠ ਗਏ ਨੇ। ਮਰਦਾਨਾ ਤਬ ਗਾਵਨ ਲਾਗਾ, ਭਾਈ ਮਰਦਾਨਾ ਜੀ ਉਸ ਵੇਲੇ ਰਬਾਬ ਲੈ ਕੇ ਆਪਣੇ ਹੱਥ ਦੇ ਵਿੱਚ ਇਹਨਾਂ ਰਬਾਬ ਦੀ ਤੰਦ ਛੇੜੀ ਹੈ ਤੇ ਗਾਉਣ ਲੱਗੇ ਹਨ। ਮਧੁਰ ਰਾਗ ਸੋ ਉਰੇ ਅਨੁਰਾਗਾ, ਬਹੁਤ ਪ੍ਰੇਮ ਦੇ ਨਾਲ ਹਿਰਦਾ ਪ੍ਰੇਮੀ ਕਰਕੇ ਅੰਦਰੋਂ ਭਿੱਜ ਕਰਕੇ ਕੀਰਤਨ ਕਰਨ ਲੱਗੇ ਹਨ। ਤੇਸ਼ਨ ਇੱਕ ਰਾਨੀ ਸੁਤ ਲੀਨੇ, ਉਸ ਵਕਤ
ਇੱਕ ਰਾਣੀ ਆਪਣੇ ਪੁੱਤਰ ਨੂੰ ਲੈ ਕੇ ਪਾਈ ਨਿਕਟ ਬੰਦਨਾ ਕੀਨੇ। ਸਤਿਗੁਰੂ ਜੀ ਨੂੰ ਪੂਰਨ ਪੁਰਖ ਜਾਣ ਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਈ ਹੈ, ਕਿਉਂਕਿ ਇਹ ਭਾਈ ਵੀਰ ਸਿੰਘ ਜੀ ਨੇ ਇੱਥੇ ਹਾਂਸੀ ਦੇ ਰਾਜੇ ਅੰਮ੍ਰਿਤ ਰਾਏ ਦਾ ਬੇਟਾ ਜਗਤ ਰਾਏ ਦੱਸਿਆ ਹੈ। ਸੋ ਉਹ ਰਾਣੀ ਜਿਹੜੀ ਸੀ ਆਪਣੇ ਪੁੱਤਰ ਨੂੰ ਲੈ ਕੇ ਅੰਮ੍ਰਿਤ ਰਾਏ ਦੇ ਬੇਟੇ ਜਗਤ ਰਾਏ ਨੂੰ ਲੈ ਕੇ ਇੱਥੇ ਆਈ ਹੈ। ਤਿਹ ਕੇ ਸ਼ਤਰੂ ਪ੍ਰਬਲ ਬਹੁ ਬਾਡੇ। ਤੇ ਇਸ ਦੇ ਜਿਹੜੇ ਸ਼ਤਰੂ ਸਨ, ਵੈਰੀ ਸਨ, ਬਹੁਤ ਵਧੇ ਸਨ, ਬਲ ਵਾਲੇ ਸਨ। ਦੇਸ਼ ਖੋਸ਼ ਰਿਸੇ ਪੁਰਤੇ ਕਾਢੇ। ਇਹਨਾਂ ਕੋਲੋਂ ਉਹਨਾਂ ਵੈਰੀਆਂ ਨੇ ਚੜ੍ਹਾਈ ਕਰਕੇ ਨਾ ਇਹਨਾਂ ਦੇ ਨਗਰ ਤੇ ਰਾਜ ਭਾਗ ਤੇ ਇਹਨਾਂ ਕੋਲੋਂ ਰਾਜ ਭਾਗ ਖੋਹ ਲਿਆ ਸੀ ਤੇ ਇਹਨਾਂ ਨੂੰ ਨਗਰ ਤੋਂ ਬਾਹਰ ਕੱਢ ਦਿੱਤਾ ਸੀ। ਭਈ ਦੀਨ ਪਿਖ ਸੰਤ ਕਿਰਪਾਲਾ। ਇਸ ਦੀ ਮਾਂ ਨੇ, ਜਗਤ ਰਾਏ ਦੀ ਮਾਂ ਨੇ ਦੇਖਿਆ ਕਿ ਸੰਤ ਬੈਠੇ ਨੇ, ਪੂਰਨ ਪੁਰਖ ਬੈਠੇ, ਕਿਉਂਕਿ ਕੁਰਕਸ਼ੇਤਰ ਦੀ ਧਰਤੀ ਤੇ ਪੁਰਬ ਵਾਲੇ ਦਿਨ ਬਹੁਤ ਇਕੱਠ ਹੁੰਦਾ ਸੀ, ਬੜੇ ਸੰਨਿਆਸੀ ਸਾਧੂ ਚੱਲ ਕੇ ਆਉਂਦੇ ਸਨ ਤੇ ਮਹਾਰਾਜ ਤਾਂ ਬਾਰ-ਬਾਰ ਹੀ ਬੈਠ ਗਏ। ਇਹ ਜਿਹੜੀ ਰਾਣੀ ਸੀ ਇਹਨਾਂ ਦਾ ਰਾਜ ਖੁੱਸਿਆ ਸੀ, ਹਾਰ ਕੇ ਆਪਣੇ ਪੁੱਤਰ ਨੂੰ ਬਚਾ ਕੇ ਮਸਾਂ ਬਾਹਰ ਆਈ ਸੀ। ਇਹਨੇ ਦੇਖਿਆ ਕਿ ਪੂਰਨ ਸੰਤ ਬੈਠੇ ਹਨ ਤੇ ਮਹਾਰਾਜ ਦੇ ਚਰਨਾਂ 'ਚ ਆ ਗਈ। ਆਨ ਬੇਨਤੀ ਕੀਨ ਬੇਸਾਲਾ। ਇਸ ਰਾਣੀ ਨੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਤਿਹ ਭੂਪਤ ਸੁਤ ਮਿਰਗ ਕੋ ਮਾਰੀ। ਇਸ ਦਾ ਪੁੱਤਰ ਜਿਹੜਾ ਸੀ ਜਗਤ ਰਾਏ, ਇਸ ਨੇ ਜੰਗਲ ਦੇ ਵਿੱਚ ਸ਼ਿਕਾਰ ਖੇਡਿਆ ਸੀ ਹਿਰਨ ਦਾ। ਧਰੀ ਪੇਟ ਤਿਨ ਗੁਰੂ ਅਗਾਰੀ। ਉਹ ਹਿਰਨ ਜਿਹੜਾ ਸੀ ਇਹਨਾਂ ਕੋਲ ਸੀ, ਇਹਨਾਂ ਨੇ ਭੇਟਾ ਵਜੋਂ ਅੱਗੇ ਰੱਖ ਦਿੱਤਾ ਕਿ ਹੁਣ ਚੱਲ ਕੇ ਆਏ ਆ, ਸਾਡੇ ਕੋਲ ਕੀ ਹੈ, ਸਭ ਕੁਝ ਤਾਂ ਹਾਰ ਚੁੱਕੇ ਆ, ਫੌਜਾਂ ਵੀ ਖਤਮ ਹੋ ਚੁੱਕੀਆਂ ਨੇ, ਹੁਣ ਕੋਲ ਕੇਵਲ ਇੱਕ ਮਰਿਆ ਹਿਰਨ ਸੀ, ਉਹੀ ਭੇਟ ਕਰ ਦਿੱਤਾ। ਕਿਉਂਕਿ ਹਿਰਨ ਦੀਆਂ ਬਹੁਤ ਜਿਹੜਾ ਸੀ ਹਿਰਨ ਕੰਮ ਆਉਂਦਾ ਹੈ, ਉਹਦੀ ਖਲ ਕੰਮ ਆਉਂਦੀ ਹੈ, ਇਸੇ ਤਰ੍ਹਾਂ ਉਹਦੀ ਨਾਭੀ ਵਿੱਚੋਂ ਕਸਤੂਰੀ ਵੀ ਨਿਕਲਦੀ ਹੈ। ਇਹ ਜਿਹੜਾ ਹਿਰਨ ਸੀ ਇਹਨੇ ਅੱਗੇ ਗੁਰਾਂ ਦੇ ਭੇਟ ਕੀਤਾ ਹੈ। ਕਹੈ ਸੁਰ ਪਨੈ ਦੀਨ ਨਿਕਾਰੇ। ਤੇ ਇਹ ਹੱਥ ਜੋੜ ਕੇ ਰਾਣੀ ਜਿਹੜੀ ਸੀ ਆਪਣੇ ਪੁੱਤਰ ਦੇ ਸਮੇਤ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਨ ਲੱਗੀ, ਕਹਿਣ ਲੱਗੀ, ਮਹਾਰਾਜ ਐ ਸੰਤ ਜੀ ਮਹਾਂਪੁਰਖੋ, ਸਾਨੂੰ ਸਾਡੇ ਨਗਰ ਵਿੱਚੋਂ ਫਲਾਣੇ ਰਾਜੇ ਨੇ ਬਾਹਰ ਕੱਢ ਦਿੱਤਾ ਹੈ। ਹਮੇ ਆਏ ਅਬ ਪਾਸ ਤੁਮਾਰੇ। ਅਸੀਂ ਹਾਰ ਕੇ ਸਾਰਾ ਕੁਝ ਸਾਡੇ ਕੋਲੋਂ ਖੁੱਸ ਚੁੱਕਿਆ ਹੈ, ਹੁਣ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਕਿਰਪਾ ਕਰੋ ਬਚ ਭਾਖੋ ਐਸੇ। ਆਪ ਜੀ ਕਿਰਪਾ ਕਰੋ ਤੇ ਇਸ ਤਰ੍ਹਾਂ ਦਾ ਕੋਈ ਬਚਨ ਕਰੋ। ਰਾਜ ਹਮੈ ਪ੍ਰਾਪਤ ਹੈ ਜੈਸੇ। ਆਪ ਜੀ ਪੂਰਨ ਸੰਤ ਹੋ, ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੇ ਕੋਈ ਐਸਾ ਬਚਨ ਕਰੋ ਮਹਾਰਾਜ ਕਿ ਜਿਹਦੇ ਨਾਲ ਸਾਡਾ ਰਾਜ ਭਾਗ ਫਿਰ ਮਿਲ ਜਾਵੇ। ਸੁਨਤੇ ਸੋ ਕਹੈ ਗੁਰੂ ਕਿਰਪਾਲਾ। ਇਹਨਾਂ ਦੀ ਬੇਨਤੀ ਨੂੰ ਸੁਣ ਕੇ ਤੇ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ। ਬ੍ਰਹਮ ਪੋਜ ਤੁਮ ਕਰੋ ਬੇਸਾਲਾ। ਗੁਰਦੇਵ ਕਹਿਣ ਲੱਗੇ, ਜੇ ਰਾਜ ਭਾਗ ਚਾਹੁੰਦੇ ਹੋ ਤੇ ਫਿਰ ਇਹ ਸਾਡਾ ਬਚਨ ਮੰਨੋ ਕਿ ਬ੍ਰਹਮ ਭੋਜ ਕਰੋ, ਲੰਗਰ ਲਾਵੋ। ਪ੍ਰਾਪਤ ਹਵੈ ਹੈ ਰਾਜ ਬਹੋਰੀ। ਤੇ ਜੇ ਬਚਨ ਕਮਾਵੋਗੇ ਤੇ ਤੁਹਾਨੂੰ ਫਿਰ ਰਾਜ ਭਾਗ ਮਿਲ ਜਾਵੇਗਾ। ਸੋ ਬੋਲੇ ਤਬ ਦਵੈ ਕਰ ਜੋਰੀ। ਸਤਿਗੁਰਾਂ ਦਾ ਬਚਨ ਸੁਣ ਕੇ ਦੋਨੇ ਮਾਂ ਪੁੱਤ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੇ। ਭੋਜਨ ਹਿਤ ਹਮ ਪਾਸ ਨਾ ਦਰਬਾਰ। ਸਤਿਗੁਰੂ ਜੀ ਬ੍ਰਹਮ ਭੋਜਨ ਕਰੀਏ ਕਿੱਥੋਂ, ਸਾਡੇ ਕੋਲ ਤਾਂ ਧਨ ਨਹੀਂ ਹੈ, ਰਾਜ ਭਾਗ ਵੀ ਖੁੱਸ ਗਿਆ, ਪੱਲੇ ਤਾਂ ਕੁਝ ਸਾਡੇ ਨਹੀਂ ਰਿਹਾ। ਕਰਤ ਜੁਧ ਤਹੈ ਖਰਚਿਓ ਸਰਬਾ। ਜੰਗ ਜੁੱਧ ਕਰਦਿਆਂ ਸਾਰਾ ਧਨ ਖਰਚਿਆ ਗਿਆ, ਕਿਉਂਕਿ ਜੰਗ ਛੇੜਨੀ ਤਾਂ ਸੌਖੀ ਹੈ ਪਰ ਬਾਅਦ ਵਿੱਚ ਜੰਗ ਵਿੱਚ ਨੁਕਸਾਨ ਕਿੰਨੇ ਹੁੰਦੇ ਨੇ ਉਹ ਤਾਂ ਫਿਰ ਮਾਲਕ ਹੀ ਜਾਣਦਾ ਹੈ। ਇਸ ਕਰਕੇ ਜਿਹੜੇ ਸਿਆਣੇ ਨੇ ਉਹ ਪਹਿਲਾਂ ਹੀ ਜਿਹੜੀ ਲੜਾਈ ਹੈ, ਝਗੜਾ ਹੈ, ਜੰਗ ਹੈ, ਉਹਨੂੰ ਰੋਕਣ ਦਾ ਯਤਨ ਕਰਦੇ। ਪਰ ਜਿਨ੍ਹਾਂ ਨੂੰ ਨਹੀਂ ਇਹ ਸਮਝ, ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੀ, ਇਹਦੇ ਵਿੱਚ ਹੀ ਬਹਾਦਰੀ ਹੈ, ਪਰ ਬਾਅਦ ਵਿੱਚ ਕਿੰਨਿਆਂ ਦਾ ਨੁਕਸਾਨ ਹੁੰਦਾ, ਕਿੰਨਿਆਂ ਦਾ ਉੱਥੇ ਕਤਲ ਹੁੰਦਾ, ਕਿੰਨੇ ਲੋਕ ਮਾਰੇ ਜਾਂਦੇ ਨੇ, ਇਹ ਤਾਂ ਫਿਰ ਉਹ ਵਕਤ ਹੀ ਦੱਸਦਾ ਹੈ। ਕਹਿਣ ਲੱਗੀ, ਮਹਾਰਾਜ ਹੁਣ ਅਸੀਂ ਬ੍ਰਹਮ ਭੋਜ ਕਰੀਏ ਕਿੱਥੋਂ, ਸਾਡੇ ਕੋਲ ਤਾਂ ਨਾ ਧਨ ਹੈ, ਜੰਗ ਦੇ ਵਿੱਚ ਸਾਰਾ ਕੁਝ ਅਸੀਂ ਹਾਰ ਚੁੱਕੇ ਹਾਂ। ਅਬ ਹਮ ਹੋਏ ਰੰਕ ਸਮਾਨਾ। ਹੁਣ ਤਾਂ ਅਸੀਂ ਕੰਗਾਲ ਬਣ ਗਏ, ਰਾਜ ਭਾਗ ਗਿਆ, ਧਨ ਦੌਲਤ ਸਾਰਾ ਚਲਾ ਗਿਆ, ਫੌਜਾਂ ਮਰ ਚੁੱਕੀਆਂ ਨੇ, ਅਸੀਂ ਹੁਣ ਕੰਗਾਲ ਹੋ ਗਏ ਹਾਂ। ਆਏ ਸਰਣੰ ਸੰਤ ਮਹਾਨਾ। ਆਪ ਜੀ ਨੂੰ ਪੂਰਨ ਸੰਤ ਜਾਣ ਕੇ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਸ੍ਰੀ ਗੁਰ ਕਹੈ ਕਰਹੁ ਅਸ ਰੀਤੀ। ਸੁਣ ਕੇ ਗੁਰੂ ਸਾਹਿਬ ਜੀ ਨੇ ਫਿਰ ਇਹ ਬਚਨ ਕਿਹਾ। ਕੋਰੇ ਮਟਕਾ ਆਨ ਸਪਰੀਤੀ। ਮਹਾਰਾਜ ਕਹਿੰਦੇ ਪਿਆਰ ਦੇ ਨਾਲ ਨਾ ਤੁਸੀਂ ਹੁਣ ਇੱਕ ਮਟਕਾ ਲਿਆਵੋ। ਇਸ ਮਿਰਗ ਕੋ ਸਭ ਮਾਸ ਸਵਾਰੋ। ਇਹ ਜਿਹੜਾ ਮਰਿਆ ਹਿਰਨ ਤੁਸੀਂ ਅੱਗੇ ਰੱਖਿਆ ਨਾ,
ਇਸ ਨੂੰ ਇੱਕ ਮਟਕੇ ਦੇ ਵਿੱਚ ਪਾ ਦਵੋ ਭਲੀ ਪ੍ਰਕਾਰ ਤਾਹੇ ਮਹਿ ਡਾਰੋ। ਤੇ ਚੰਗੀ ਤਰ੍ਹਾਂ ਉਸ ਮਟਕੇ ਦੇ ਵਿੱਚ ਇਸ ਨੂੰ ਪਾ ਕੇ ਮਾਰਨ ਸਰਬ ਪਾਏ ਇਸ ਮਾਹੀ। ਇਸ ਨੂੰ ਚੰਗੀ ਤਰ੍ਹਾਂ ਸਵਾਰ ਕਰਕੇ ਅਗਨ ਬਾਰ ਰੀਦੋ ਅਬ ਤਾਹੀ। ਅੱਗ ਬਾਲ ਕੇ ਤੇ ਇਹਨੂੰ ਚੰਗੀ ਤਰ੍ਹਾਂ ਰਿੰਨਣਾ ਕਰੋ। ਇਹਦੇ ਵਿੱਚ ਵੀ ਸਤਿਗੁਰਾਂ ਦਾ ਮਹਾਰਾਜ ਦੀ ਲੀਲਾ ਸੀ, ਕਿਉਂਕਿ ਬੜਾ ਵੱਡਾ ਪੁਰਬ ਲੱਗਾ ਹੋਇਆ ਸੀ ਇਹਨਾਂ ਦੇ ਵਿਕਾਰਾਂ ਨੂੰ ਪ੍ਰਗਟ ਕਰਨ ਵਾਸਤੇ ਕਿ ਅੰਦਰ ਤਾਂ ਸਾਡੇ ਵਿਕਾਰਾਂ ਦੇ ਨਾਲ ਭਰੇ ਹਨ, ਬਾਹਰੋਂ ਅਸੀਂ ਦਿਖਾਵੇ ਦੇ ਕਰਮ ਕਰਦੇ ਹਾਂ। ਤੇ ਜਿਹੜੇ ਕਰਮ ਹਨ ਇਹ ਵੀ ਜ਼ਿਆਦਾ ਉਦੋਂ ਕਰਦੇ ਹਾਂ ਜਦੋਂ ਕੋਈ ਪੁਰਬ ਹੋਵੇ। ਤੇ ਮੰਨਿਆ ਗਿਆ ਹੈ ਕਿ ਪੁਰਬ ਵਾਲੇ ਦਿਨ ਕੋਈ ਕਰਮ ਐਸਾ ਚੰਗਾ ਕੀਤਾ ਜਾਵੇ ਤੇ ਉਹਦਾ ਫਲ ਵੀ ਬਹੁਤਾ ਮਿਲਦਾ ਹੈ। ਪਰ ਮਹਾਰਾਜ ਜੀ ਨੇ ਇਹ ਜਿਹੜਾ ਮਨ ਦਾ ਭਰਮ ਦੂਰ ਕਰਨ ਵਾਸਤੇ ਕਿ ਕੇਵਲ ਇਹੋ ਹੀ ਸੋਚੋ ਕਿ ਪੁਰਬ ਵਾਲੇ ਦਿਨ ਹੀ ਕੋਈ ਚੰਗਾ ਕਰਮ ਕਰਨਾ ਹੈ ਤੇ ਬਾਅਦ ਵਿੱਚ ਮਾੜੇ ਕਰੀ ਜਾਓ। ਜੇ ਮਾੜੇ ਕਰਾਂਗੇ ਤੇ ਫਿਰ ਭਾਵੇਂ ਕੋਈ ਵੀ ਦਿਨ ਹੋਵੇ ਤੇ ਉਹਦਾ ਫਲ ਤਾਂ ਸਾਨੂੰ ਮਿਲਣਾ ਹੀ ਮਿਲਣਾ ਹੈ। ਇਹ ਮਨ ਵਿੱਚੋਂ ਭਰਮ ਦੂਰ ਕਰਨ ਵਾਸਤੇ ਸਤਿਗੁਰੂ ਜੀ ਨੇ ਬਚਨ ਕਿਹਾ। ਇਹ ਜਿਹੜਾ ਹਾਂਸੀ ਦਾ ਰਾਜਾ, ਇਹਦੀ ਰਾਣੀ ਆਪਣੇ ਪੁੱਤਰ ਨੂੰ ਲੈ ਕੇ ਸ਼ਰਨ ਵਿੱਚ ਆਈ ਸੀ ਤੇ ਮਹਾਰਾਜ ਕਹਿੰਦੇ ਫਿਰ ਪ੍ਰੇਮ ਦੇ ਨਾਲ, ਪ੍ਰੀਤੀ ਦੇ ਨਾਲ ਨਾ ਇੱਕ ਕੰਮ ਕਰੋ, ਸਾਡਾ ਇੱਕ ਮਟਕਾ ਲਿਆਵੋ, ਉਹਦੇ ਵਿੱਚ ਹਿਰਨ ਨੂੰ ਪਾਵੋ ਤੇ ਇਹਦੇ ਥੱਲੇ ਅੱਗ ਬਾਲ ਕੇ ਇਹਨੂੰ ਚੰਗੀ ਤਰ੍ਹਾਂ ਰਿੰਨਣਾ ਕਰੋ। ਇਸ ਪ੍ਰਕਾਰ ਕੀ ਆਇਸ ਸੁਨ ਕੈ। ਇਹ ਗੁਰੂ ਸਾਹਿਬ ਜੀ ਦੀ ਆਗਿਆ ਸੁਣ ਕੇ ਕਰਤ ਪਏ ਤਸ ਸਾਬਿਦ ਗੁਣ ਕੈ। ਮਹਾਰਾਜ ਜੀਆਂ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਕਰਨ ਲੱਗੇ। ਚੁੱਲੇ ਕੋ ਕਰ ਮਟਕਾ ਧਾਰਿਓ। ਚੰਗੀ ਤਰ੍ਹਾਂ ਉੱਥੇ ਚੁੱਲ੍ਹਾ ਸਵਾਰ ਕੇ ਉਸ ਚੁੱਲ੍ਹੇ ਦੇ ਉੱਤੇ ਮਟਕਾ ਰੱਖ ਦਿੱਤਾ। ਮਾਸ ਮਿਰਗ ਕੋ ਸਰਬ ਸਵਾਰਿਓ। ਇਹ ਜਿਹੜਾ ਮਰਿਆ ਹੋਇਆ ਮਿਰਗ ਹਿਰਨ ਸੀ ਇਸ ਨੂੰ ਉਸ ਮਟਕੇ ਦੇ ਵਿੱਚ ਪਾ ਦਿੱਤਾ। ਕਾਮਹਿ ਪਾਏ ਹੁਤਾਸਨ ਬਾਰਾ। ਤੇ ਉਸ ਮਟਕੇ 'ਚ ਹਰਨ ਨੂੰ ਪਾ ਕੇ ਪਾਣੀ ਦੇ ਵਿੱਚ ਪਾ ਕੇ ਤੇ ਜਿਸ ਤਰ੍ਹਾਂ ਮਾਸ ਨੂੰ ਰਿੰਨੀਦਾ ਹੈ ਇਸ ਤਰ੍ਹਾਂ ਫਿਰ ਉਹ ਮਟਕੇ ਹੇਠਾਂ ਅੱਗ ਬਾਲ ਦਿੱਤੀ। ਬਹੁਤੇ ਵਿਪਰਨ ਜਬਹਿ ਨਿਹਾਰਾ। ਜਿਹੜੇ ਵੀ ਵਿਪਰਨ ਪੰਡਤ ਉੱਥੋਂ ਨਿਕਲਦੇ ਸਨ ਤੇ ਉਹਨਾਂ ਨੇ ਦੇਖਿਆ ਖੇਤਰ ਦੀ। ਤੇ ਅੱਜ ਵਾਲੇ ਦਿਨ ਤਾਂ ਆਪਾਂ ਇੱਥੇ ਮਾਸ ਕੋਈ ਰਿੰਨਦੇ ਨਹੀਂ। ਤੇ ਇਹਨਾਂ ਨੇ ਜਦੋਂ ਦੇਖਿਆ ਕਿ ਤਾਂ ਬਰਤਨ ਵਿੱਚ ਪਾ ਕੇ ਮਾਸ ਰਿੰਨ ਰਹੇ ਹਨ। ਵਿਦਿਆ ਮਹਿ ਪੰਡਤ ਬਡਮਾਨੀ। ਉਹਨੇ ਵਿਦਿਆ ਦੇ ਵਿੱਚ ਬੜੇ ਹੰਕਾਰੀ ਪੰਡਤ ਸਨ। ਚਰਚਾ ਦੇ ਵਿੱਚ ਕਿਸੇ ਨੂੰ ਵੀ ਨਹੀਂ ਸੀ ਕੋਈ ਬੋਲਣ ਦਿੰਦੇ, ਗੱਲ ਕਰਨ ਦਿੰਦੇ। ਇੰਨੇ ਹੰਕਾਰੀ ਸਨ ਕਿ ਕਿਉਂਕਿ ਜਦੋਂ ਵਿਦਿਆ ਪੜ੍ਹ ਲੈਂਦਾ ਬੰਦੇ ਨੂੰ ਮਾਣ ਤਾਂ ਆ ਹੀ ਜਾਂਦਾ ਹੈ ਨਾ। ਮਹਾਰਾਜ ਦਾ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਜਿਹੜਾ ਵਿਦਿਆਵਾਨ ਹੈ ਸੋ ਉਹਨੂੰ ਮਨ ਦੇ ਵਿੱਚ ਹੰਕਾਰ ਆਉਂਦਾ ਹੈ। ਪਰ ਵਿਦਿਆ ਪੜ੍ਹਨ ਦਾ ਭਾਵ ਅਰਥ ਇਹ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਆਪਣੇ ਆਪ ਦੀ ਕਲਿਆਣ ਕਿਸ ਤਰ੍ਹਾਂ ਹੋ ਸਕਦੀ ਹੈ, ਸਾਡਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ, ਕਿਸ ਤਰ੍ਹਾਂ ਸਾਰਿਆਂ ਦਾ ਭਲਾ ਹੋ ਸਕਦਾ ਹੈ ਵਿਦਿਆ ਦੇ ਨਾਲ, ਇਹ ਵਿਚਾਰ ਕਰਨੀ ਚਾਹੀਦੀ। ਤੈਨੂੰ ਕੋਈ ਗੱਲਬਾਤ ਆਉਂਦੀ ਹੈ ਇਸ ਦਾ ਉੱਤਰ ਤੈਨੂੰ ਆਉਂਦਾ ਹੈ ਕਿ ਨਹੀਂ, ਆਪ ਨੂੰ ਪਤਾ ਹੋਣਾ। ਚਾਰ ਬੰਦਿਆਂ ਵਿੱਚ ਬੈਠ ਕੇ ਉਹਦਾ ਉੱਤਰ ਪੁੱਛਣਾ, ਨਾ ਆਉਣਾ ਤੇ ਤਾੜੀਆਂ ਮਾਰ ਕੇ ਹੱਸਣਾ ਤੇ ਦੂਜੇ ਨੂੰ ਨੀਵਾਂ ਦੱਸਣਾ। ਫਿਰ ਆਪ ਹੀ ਉਹਦਾ ਅਰਥ ਦੱਸ ਕੇ ਤੇ ਬੜੇ ਖੁਸ਼ ਹੋਣਾ ਤੇ ਹੰਕਾਰ ਨੂੰ ਵਧਾਉਣਾ। ਇਸ ਤਰ੍ਹਾਂ ਜਿਹੜੇ ਹੰਕਾਰੀ ਪੰਡਤ ਸਨ ਇਹਨਾਂ ਦਾ ਮਾਣ ਦੂਰ ਕਰਨ ਦੇ ਲਈ ਨਿਕਸਿਓ ਧੂਮ ਦੇਖ ਰਿਸ ਠਾਨੀ। ਤੇ ਜਦੋਂ ਇਹਨਾਂ ਪੰਡਤਾਂ ਨੇ ਧੂਆਂ ਨਿਕਲਦਾ ਦੇਖਿਆ ਚੁੱਲ੍ਹੇ ਵਿੱਚੋਂ, ਉਸ ਮਟਕੇ ਵਿੱਚ ਧਰਿਆ ਹੋਇਆ ਜਿਹੜਾ ਹਿਰਨ ਦਾ ਮਾਸ ਸੀ ਉਹਦੇ ਵਿੱਚੋਂ ਧੂਆਂ ਨਿਕਲਿਆ ਤੇ ਦੇਖ ਕਰਕੇ ਬੜੇ ਗੁੱਸੇ ਵਿੱਚ ਆ ਗਏ। ਆਜ ਧਰਨ ਕੋ ਗ੍ਰਹਿਣ ਆਕਾਸ਼ਾ। ਕਹਿੰਦੇ ਨੇ ਕਿ ਅੱਜ ਤਾਂ ਸੂਰਜ ਦਾ ਗ੍ਰਹਿਣ ਲੱਗਾ ਹੋਇਆ ਹੈ। ਇਹ ਅਜਾਨ ਰੀਦਨ ਲਗ ਮਾਸਾ। ਇਹ ਅਣਜਾਣ ਹੈ ਇਸ ਗੱਲ ਤੋਂ ਕਿ ਇਹ ਇਸੇ ਧਰਤੀ ਤੇ ਆ ਕੇ ਕੁਰਕਸ਼ੇਤਰ, ਜਿੱਥੇ ਵੱਡਾ ਪੁਰਬ ਦੇ ਦਿਨ ਬੜਾ ਇਕੱਠ ਹੋਇਆ ਲੋਕਾਂ ਦਾ, ਅੱਜ ਇਹ ਜਿਹੜਾ ਹੈ ਇੱਥੇ ਮਾਸ ਰਿੰਨ ਰਹੇ ਹਨ। ਲੈ ਕਰ ਕੁੱਤਕੇ ਸ਼ਸਤਰ ਅਪਾਰਾ। ਇਹ ਪੰਡਤ ਆਪਣੇ ਹੱਥ ਵਿੱਚ ਕੁੱਤਕਾ ਨਾਮ ਹੈ ਸੋਟੇ ਦਾ। ਕਈਆਂ ਨੇ ਸੋਟੇ ਲੈ ਲਏ ਨੇ ਤੇ ਕਈਆਂ ਨੇ ਕਈ ਤਰ੍ਹਾਂ ਦੇ ਸ਼ਸਤਰ ਹੱਥ ਵਿੱਚ ਲਏ ਹਨ। ਆਏ ਨਿਕਟ ਕਹੈ ਕਰਹੁ ਪ੍ਰਹਾਰਾ। ਮਾਰ ਲਓ ਕਹਿ ਕੇ ਸਤਿਗੁਰਾਂ ਦੇ ਕੋਲ ਆ ਗਏ। ਕੋ ਤੋ ਤੇਰੋ ਹੈ ਬਚਨ ਅਧਰਮੀ। ਜਦੋਂ ਕੋਲ ਆ ਗਏ ਨਾ ਤੇ ਆ ਕੇ ਕਹਿਣ ਲੱਗੇ ਐ ਅਧਰਮੀ। ਅਧਰਮੀ ਕਿਹਾ ਜਾਂਦਾ ਜਿਹਦਾ ਕੋਈ ਧਰਮ ਨਾ ਹੋਏ। ਪਰ ਅਣਜਾਣ ਨਹੀਂ ਸੀ ਜਾਣਦੇ ਕਿ ਤਾਂ ਧਰਮ ਦੇ ਮੁੱਢ ਹਨ। ਧਰਮ ਨੂੰ ਕਮਾਉਣਾ ਕਿਸ ਤਰ੍ਹਾਂ ਹੈ, ਧਰਮੀ ਬਣਨਾ ਕਿਸ ਤਰ੍ਹਾਂ ਦਾ ਹੈ, ਇਹ ਸੰਦੇਸ਼ ਉਪਦੇਸ਼ ਦੇਣ ਵਾਸਤੇ ਸਤਿਗੁਰੂ ਆਏ ਹਨ। ਆ ਕੇ ਕਹਿਣ ਲੱਗੇ ਉੱਚੀ ਆਵਾਜ਼ ਦੇ ਵਿੱਚ ਕਿ ਦੱਸ
ਕੋ ਤੇਰੋ ਹੈ ਵਰਣ, ਐ ਧਰਮੀਆਂ ਤੇਰਾ ਵਰਣ ਕੀ ਹੈ ਇਹ ਦੱਸ। ਕੋ ਕੀਨੋ ਤੈ ਕਰਮ ਕੋ ਕਰਮੀ, ਬੜਾ ਮਾੜਾ ਕੰਮ ਤੂੰ ਇੱਥੇ ਆ ਕੇ ਕੀਤਾ ਹੈ। ਦਿਵਸ ਆਜ ਕੇ ਤੁਰਕ ਜੇ ਮਾਨਵ, ਅੱਜ ਦੇ ਦਿਨ ਤਾਂ ਜਿਹੜੇ ਤੁਰਕ ਹਨ ਉਹ ਵੀ ਸੋਪੀ ਤਰਾਸ ਰਿਦੈ ਬਹੁ ਠਾਨਵ। ਸੂਰਜ ਗ੍ਰਹਿਣ ਵਾਲੇ ਦਿਨ ਤਾਂ ਜਿਹੜੇ ਤੁਰਕ ਰੋਜ਼ ਮਾਸ ਖਾਂਦੇ ਨੇ ਨਾ, ਉਹ ਵੀ ਅੱਜ ਦੇ ਦਿਨ ਮਾਸ ਰਿੰਨਣ ਤੋਂ ਪਰਹੇਜ਼ ਕਰਦੇ ਨੇ, ਡਰਦੇ ਹਨ। ਕਰ ਇਸ਼ਨਾਨ ਦੇਨ ਪੁੰਨ ਦਾਨਾ, ਉਹ ਲੋਕ ਵੀ ਅੱਜ ਦੇ ਦਿਨ ਇਸ਼ਨਾਨ ਕਰਦੇ ਹਨ, ਕਿਉਂਕਿ ਅੱਜ ਦਾ ਦਿਨ ਇਸ਼ਨਾਨ ਕਰਨ ਵਾਲਾ, ਦਾਨ ਪੁੰਨ ਕਰਨ ਵਾਲਾ ਹੈ। ਇਨ ਕਾਜਨ ਕੋ ਕਾਲ ਮਹਾਨਾ, ਤੇ ਇਹ ਤਾਂ ਬੜਾ ਤੁਸੀਂ ਮਾੜਾ ਕਰਮ ਕੀਤਾ ਹੈ। ਦੋਹਰਾ ਸੁਨ ਕਰ ਤਿਨ ਕੇ ਸ੍ਰੀ ਗੁਰ ਬਚਨ ਕਹੇ, ਇਹਨਾਂ ਪੰਡਤਾਂ ਦੇ ਬਚਨ ਸੁਣ ਕੇ ਨਾ, ਸੁਣ ਕਰ ਤਿੰਨ ਤੇ ਸ੍ਰੀ ਗੁਰੂ ਬਚਨ ਕਹੇ ਆ ਰੀਤ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਹੈ। ਸੁਦਾ ਲੱਗੀ ਮੋਕੋ ਬੜੀ, ਹਿਤ ਆਹਾਰ ਕਿਸ਼ਰ ਕੀਤ। ਗੁਰਦੇਵ ਕਹਿੰਦੇ ਕਿ ਅੱਜ ਦੇ ਦਿਨ ਜੇ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਕੀ ਉਹ ਆਪਣਾ ਆਹਾਰ ਭੋਜਨ ਨਹੀਂ ਤਿਆਰ ਕਰੇਗਾ। ਚਉਪਈ ਦਿਜ ਤਬ ਬੋਲੇ ਬਚਨ ਕਠੋਰਾ, ਇਹ ਸੁਣ ਕੇ ਗੁਰੂ ਸਾਹਿਬ ਦਾ ਬਚਨ ਤੇ ਬੜੇ ਕਠੋਰ ਬਚਨ ਇਹਨਾਂ ਪੰਡਤਾਂ ਨੇ ਕਹੇ ਨੇ। ਕਿਆਰੀ ਦਿਓ ਤੁਮ ਤਰਾਸ ਨਾ ਥੋਰਾ, ਕਹਿਣ ਲੱਗੇ ਦੱਸ ਸਾਨੂੰ ਕਿ ਤੂੰ ਰਹਿੰਦਿਆਂ ਕੀ ਹੈ ਮਟਕੇ ਦੇ ਵਿੱਚ, ਕਿ ਤੈਨੂੰ ਥੋੜਾ ਡਰ ਨਹੀਂ ਹੈ। ਬਿਨਾ ਬਿਲਮ ਸੋ ਦੇਹੋ ਦਿਖਾਈ, ਬਿਨਾ ਦੇਰੀ ਤੋਂ ਸਾਨੂੰ ਤੂੰ ਦਿਖਾ ਕੇ ਮਟਕੇ ਵਿੱਚ ਕੀ ਰਹਿੰਦੇ ਪਏ ਹੋ। ਨਾਤਰ ਤੁਝ ਮਾਰੇ ਇਹ ਥਾਈ, ਤੇ ਨਹੀਂ ਦਿਖਾਵੇਂਗਾ ਤੇ ਇਸੇ ਥਾਂ ਦੇ ਉੱਤੇ ਜਿਹੜੇ ਅਸੀਂ ਸ਼ਸਤਰ ਲੈ ਕੇ ਆਏ ਆ, ਛੋਟੇ ਲੈ ਕੇ ਆਏ ਆ, ਜਿਹੜੇ ਸ਼ਸਤਰ ਲਿਆਂਦੇ ਨੇ ਇਹਨਾਂ ਦੇ ਨਾਲ ਮਾਰ ਦਵਾਂਗੇ। ਤਬ ਜਿਨ ਦੇਖਿਓ ਸੋ ਦਿਵਜ ਕਹੀ, ਤੇ ਜਿਹੜੇ ਪੰਡਤਾਂ ਨੇ ਅੱਗੇ ਹੋ ਕੇ ਦੇਖਿਆ, ਜਾਂ ਜਿਹੜੇ ਨੇੜਿਓਂ ਪਹਿਲਾਂ ਨਿਕਲਦੇ ਪਏ ਸਨ, ਜਦੋਂ ਮਟਕੇ ਦੇ ਵਿੱਚ ਇਹਨੂੰ ਪਾ ਕੇ ਰਿੰਨਣਾ ਸ਼ੁਰੂ ਕੀਤਾ, ਜਿਨ੍ਹਾਂ ਪੰਡਤਾਂ ਨੂੰ ਪਤਾ ਸੀ, ਜਿਨ੍ਹਾਂ ਨੇ ਜਾ ਕੇ ਦੱਸਿਆ ਸੀ ਇਹਨਾਂ ਨੂੰ, ਉਹ ਕਹਿਣ ਲੱਗੇ ਹਨ ਇਸ ਮਟਕੇ ਮੈਂ ਹੈ ਆਮਿਖ ਅਹੀ। ਕਹਿੰਦੇ ਸਾਨੂੰ ਪਤਾ ਹੈ ਮਟਕੇ 'ਚ ਕੀ ਹੈ, ਇਸ ਮਟਕੇ ਦੇ ਵਿੱਚ ਮਾਸ ਰਿੰਨ ਰਹੇ ਹਨ। ਹਮਰੇ ਦੇਖਤ ਇਨ ਹੈ ਸਵਾਰਾ, ਸਾਡੇ ਦੇਖਦਿਆਂ ਦੇਖਦਿਆਂ ਇਹਨਾਂ ਨੇ ਚੰਗੀ ਤਰ੍ਹਾਂ ਇਹਨੂੰ ਸਵਾਰਿਆ ਹੈ। ਪਾਏ ਬੀਚ ਪਾਵਕ ਕੋ ਬਾਰਾ, ਤੇ ਮਟਕੇ ਵਿੱਚ ਪਾ ਕੇ ਹਿਰਨ ਨੂੰ ਤੇ ਇਹਨਾਂ ਥੱਲੇ ਅੱਗ ਬਾਲ ਦਿੱਤੀ ਹੈ। ਮਾਰੋ ਇਸੈ ਨਾ ਲਾਵੋ ਬੇਰਾ, ਮਾਰੋ ਇਹਨੂੰ ਛੇਤੀ ਤੇ ਦੇਰੀ ਨਾ ਲਾਵੋ। ਅਸ ਕੋ ਕਾਜ ਕੋ ਕਰੈ ਨਾ ਫੇਰਾ, ਐਸਾ ਕੋਈ ਮਾੜਾ ਕੰਮ ਦੁਬਾਰਾ ਨਾ ਇੱਥੇ ਕਰ ਸਕੇ। ਧਰਮ ਰੀਤ ਇਨ ਦੀਨ ਬਿਗਾਰੀ, ਇਹਨੇ ਧਰਮ ਵਾਲੀ ਰੀਤ ਵਿਗਾੜ ਦਿੱਤੀ ਹੈ। ਧਰਮ ਕੀ ਹੁੰਦਾ ਹੈ, ਧਰਮੀ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ, ਇਹਦੇ ਬਾਰੇ ਇਹਨਾਂ ਨੂੰ ਕੋਈ ਖਬਰ ਨਹੀਂ ਹੈ। ਅਗ ਨਾ ਹੋਤ ਐਸ਼ਨ ਕੋ ਮਾਰੀ, ਐਸੇ ਲੋਕਾਂ ਨੂੰ ਮਾਰਨਾ ਅਗ ਨਾ ਹੋਤ ਪਾਪ ਨਹੀਂ ਹੁੰਦਾ। ਕਹਿਣ ਲੱਗੇ ਮਾਰੋ, ਸ਼ਸਤਰਾਂ ਦੇ ਵਾਰ ਕਰੋ ਤੇ ਇਹਨਾਂ ਨੂੰ ਖਤਮ ਕਰ ਦਿਓ, ਐਸੇ ਲੋਕਾਂ ਨੂੰ ਮਾਰਨ ਦਾ ਪੁੰਨ ਲੱਗਦਾ ਹੈ। ਦੋਹਰਾ ਗੁਰੂ ਕਹੈ ਬਲ ਕਰੋ ਜੇ, ਸੁਣ ਹਾਂਜੀ, ਹਤਨ ਬਿਖੈ ਹਿਤ ਹੋਏ। ਸਤਿਗੁਰੂ ਜੀ ਕਹਿਣ ਲੱਗੇ ਪਹਿਲਾਂ ਇਹ ਸਾਨੂੰ ਦੱਸੋ, ਗੁਰੂ ਕਹੈ ਬਲ ਕਰੋ ਜੇ, ਹਤਨ ਬਿਖੈ ਹਤ ਹੋਏ। ਜੇ ਤੁਹਾਨੂੰ ਮਾਰਨ ਵਿੱਚ ਹੀ ਚੰਗਾ ਲੱਗਦਾ ਹੈ, ਜੇ ਤੁਸੀਂ ਮਾਰਨਾ ਹੀ ਚਾਹੁੰਦੇ ਹੋ ਤੇ ਮਾਰ ਦਿਓ। ਜਿਉ ਮਨ ਹੈ ਤਿਉ ਕਰੋ ਅਬ, ਬਰਜਤ ਇਹਾਂ ਨਾ ਕੋਏ। ਜਿਸ ਤਰ੍ਹਾਂ ਤੁਹਾਡੇ ਮਨ ਨੂੰ ਚੰਗਾ ਲੱਗਦਾ ਹੈ, ਜੇ ਤੁਹਾਨੂੰ ਮਾਰਨ ਵਿੱਚ ਹੀ ਪ੍ਰੀਤੀ ਹੈ ਤੇ ਬਲ ਕਰਕੇ ਸਾਨੂੰ ਖਤਮ ਕਰ ਦਿਓ, ਮਾਰ ਦਿਓ, ਤੁਹਾਨੂੰ ਅਸੀਂ ਨਹੀਂ ਰੋਕਦੇ। ਚਉਪਈ ਜੇ ਤੁਮ ਹਮ ਸੋ ਚਰਚਾ ਕਰਨੀ, ਪਰ ਜੇ ਤੁਹਾਡੇ ਮਨ ਵਿੱਚ ਇਹ ਖਿਆਲ ਹੈ ਕਿ ਤੁਸੀਂ ਤਾਂ ਵਿਦਵਾਨ ਹੋ, ਪੰਡਤ ਲੋਕ ਹੋ, ਤੇ ਤੁਸੀਂ ਬਹੁਤ ਜ਼ਿਆਦਾ ਵਿਦਿਆ ਨੂੰ ਪੜ੍ਹਿਆ ਹੋਇਆ, ਹਾਸਲ ਕੀਤਾ ਹੋਇਆ, ਜੇ ਤੁਸੀਂ ਸਾਡੇ ਨਾਲ ਚਰਚਾ ਕਰਨੀ ਚਾਹੁੰਦੇ ਹੋ ਤਾਂ ਧਰਮ ਅਧਰਮ ਰੀਤ ਜਿਉ ਬਰਣੀ, ਕਿ ਧਰਮ ਕੀ ਹੈ ਤੇ ਅਧਰਮ ਕੀ ਹੈ, ਧਰਮੀ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ, ਇਹ ਜਿਹੜੀ ਰੀਤੀ ਜੋ ਗ੍ਰੰਥਾਂ ਵਿੱਚ ਵਰਣਨ ਕੀਤੀ ਹੈ ਨਾ, ਉਹਦੀ ਸਾਡੇ ਨਾਲ ਜੇ ਤੁਸੀਂ ਚਰਚਾ ਕਰਨੀ ਚਾਹੁੰਦੇ ਹੋ ਤੇ ਚਰਚਾ ਕਰੋ। ਤਉ ਪੰਡਤ ਸਾ ਮਿਲ ਸੰਨਿਆਸੀ, ਸਾਰੇ ਪੰਡਤ ਮਿਲ ਕੇ ਤੇ ਸੰਨਿਆਸੀ ਆਏ ਕਰੋ ਚਰਚਾ ਹਮ ਪਾਸੀ। ਸਾਡੇ ਨਾਲ ਸਾਰੇ ਹੀ ਮਿਲ ਕੇ ਚਰਚਾ ਕਰੋ। ਸੁਨੇ ਸਧੀਰਜ ਬਚਨਾ ਜਬ ਹੀ, ਜਦੋਂ ਇਹ ਬਚਨ ਗੁਰੂ ਸਾਹਿਬ ਜੀ ਦੇ ਸੁਣੇ ਹਨ ਤੇ ਇਹ ਧੀਰਜ ਦੇ ਵਿੱਚ ਆ ਗਏ। ਪਹਿਲਾਂ ਤੇ ਕਹਿਣ ਲੱਗੇ ਗੁੱਸੇ ਵਿੱਚ ਆ ਕੇ ਕਿ ਮਾਰੋ ਮਾਰੋ, ਜਦੋਂ ਮਹਾਰਾਜ ਕਹਿਣ ਲੱਗੇ ਕਿ ਮਾਰ ਭਾਵੇਂ ਦਿਓ, ਪਰ ਤੁਸੀਂ ਤਾਂ ਵਿਦਵਾਨ ਲੋਕ ਹੋ ਤੇ ਤੁਸੀਂ ਤਾਂ ਚਰਚਾ ਕਰਦੇ ਹੋ, ਤੇ ਚਰਚਾ ਦੇ ਵਿੱਚ ਸਾਰਿਆਂ ਨੂੰ ਜਿੱਤ ਦਿਓ, ਕਿਉਂਕਿ ਤੁਸੀਂ ਗ੍ਰੰਥ ਬਹੁਤ ਪੜ੍ਹੇ ਨੇ। ਇਹੋ ਹੀ ਮਾਣ ਇਹਨਾਂ ਦਾ ਦੂਰ ਸਤਿਗੁਰੂ ਜੀ ਨੇ ਕਰਨਾ ਸੀ। ਤੇ ਜਦੋਂ ਇਹਨਾਂ ਨੇ ਸੁਣਿਆ ਕਿ ਇਹਨਾਂ ਨੇ ਚਰਚਾ ਬਾਰੇ ਕਿਹਾ, ਮਹਾਰਾਜ ਜੀ ਦਾ ਪਹਿਰਾਵਾ ਦੇਖ ਕਰਕੇ ਖੁਸ਼ ਹੋ ਗਏ। ਸੋਚਦੇ ਹਨ ਕਿ ਤਾਂ ਕੋਈ ਪੰਡਤ ਨਹੀਂ, ਕੋਈ ਵਿਦਵਾਨ ਨਹੀਂ ਹਨ, ਅਸੀਂ ਇਹਨਾਂ ਦੇ ਨਾਲ ਚਰਚਾ ਕਰਕੇ ਜਿੱਤੀ ਜਾਵਾਂਗੇ।
ਤੇ ਇਸ ਕਰਕੇ ਬੜੇ ਖੁਸ਼ ਹੋਏ ਹਨ ਇਹ ਗੱਲ ਸੁਣ ਕੇ। ਮਿਲ ਆਏ ਪੰਡਤ ਜੇ ਸਭ ਹੀ, ਸਤਿਗੁਰਾਂ ਦੇ ਨਾਲ ਚਰਚਾ ਕਰਨ ਵਾਸਤੇ ਜਿਹੜੇ ਵਿਦਵਾਨ ਪੰਡਤ ਸਨ ਉਹ ਪਿਛਾਂ ਤੋਂ ਸੱਦ ਲਏ। ਪਹਿਲਾਂ ਤਾਂ ਜਿਹੜੇ ਕੇਵਲ ਪਹਿਰਾਵਾ ਪਾ ਕੇ ਪੁਰਬ ਦੇ ਉੱਤੇ ਆਏ ਸੀ, ਉਹ ਡੰਡੇ ਲੈ ਕੇ ਛੋਟੇ ਲੈ ਕੇ ਇਕੱਠੇ ਹੋ ਗਏ। ਜਦੋਂ ਚਰਚਾ ਦੀ ਗੱਲ ਚੱਲੀ ਤੇ ਕਹਿਣ ਲੱਗੇ ਲਿਆਓ ਲਿਆਓ, ਸਾਡੇ ਜਿਹੜੇ ਵਿਦਵਾਨ ਪੰਡਤ ਹਨ ਉਹਨਾਂ ਨੂੰ ਅੱਗੇ ਕਰ ਦਿੱਤਾ। ਵਿਦਿਆਵਾਨ ਹੋਤੇ ਸੰਨਿਆਸੀ, ਜਿਹੜੇ ਸੰਨਿਆਸੀ ਪੰਡਤ ਸਨ ਤੇ ਬਹੁਤ ਗ੍ਰੰਥ ਪੜ੍ਹੇ ਹੋਏ ਸੀ। ਅਪਰ ਲੋਕ ਆਏ ਬਹੁ ਪਾਸੀ, ਹੋਰ ਵੀ ਲੋਕ ਇਹ ਦੇਖਣ ਵਾਸਤੇ ਕਿ ਹੁਣ ਚਰਚਾ ਹੋਣ ਲੱਗੀ ਹੈ ਤੇ ਇਹ ਦੇਖਣ ਲਈ, ਕੌਤਕ ਦੇਖਣ ਲਈ, ਇਹ ਨਜ਼ਾਰਾ ਦੇਖਣ ਲਈ ਪਾਸ ਆ ਗਏ। ਇਕ ਨਾਨੂ ਸੋ ਪੰਡਿਤ ਪਾਰੀ, ਇੱਕ ਨਾਨੂ ਪੰਡਤ ਸੀ, ਕੀਨ ਦਿਗ ਵਿਜੈ ਜਗਤ ਮਜਾਰੀ। ਇਹ ਵਿਦਿਆ ਵਿੱਚ ਸਾਰੇ ਫਿਰਕਿਆਂ ਦੇ ਵਿੱਚ ਇਹਨੇ ਫਤਿਹ ਪਾਈ ਹੋਈ ਸੀ, ਸਾਰਿਆਂ ਨੂੰ ਜਿੱਤਿਆ ਹੋਇਆ ਸੀ, ਬੜਾ ਵਿਦਵਾਨ ਸੀ। ਤੇ ਇਹਨੇ ਭਵਿੱਖਤ ਪੁਰਾਣ ਜਿਹੜਾ ਸੀ ਪੜ੍ਹਿਓ, ਭਵਿੱਖਤ ਜੋ ਪੁਰਾਣਾ, ਉਹ ਭਵਿੱਖਤ ਪੁਰਾਣ ਇਹਨੇ ਪੜਿਆ ਹੋਇਆ ਸੀ। ਜੇ ਮੈਂ ਸ੍ਰੀ ਗੁਰ ਸੁਜਸ ਮਹਾਨਾ, ਤੇ ਜਿਸ ਭਵਿੱਖਤ ਪੁਰਾਣ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਸ ਲਿਖਿਆ ਹੋਇਆ ਸੀ। ਪੁਰਾਣਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਲਯੁਗ ਵਿੱਚ ਆਉਣ ਬਾਬਤ ਇਹ ਪੇਸ਼ੀਨ ਗੋਈ ਕੀਤੀ ਹੋਈ ਹੈ, ਅਰਥਾਤ ਭਵਿੱਖਤ ਬਾਤ ਲਿਖੇ ਹੋਏ ਨੇ। ਭਵਿੱਖਤ ਪੁਰਾਣ ਅਧਿਆਇ 33, ਸਕੰਦ ਪੁਰਾਣ ਅਧਿਆਇ 28 ਤੇ ਬ੍ਰਹਮਾ ਖੱਟ ਮੁਖ ਸੰਵਾਦੇ, ਇਹਨਾਂ ਪੁਰਾਣਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿਫਤ ਕੀਤੀ ਹੋਈ ਸੀ। ਇਹਨੇ ਭਵਿੱਖਤ ਪੁਰਾਣ ਪੜਿਆ ਹੋਇਆ ਸੀ ਨਾਨੂ ਪੰਡਤ ਨੇ। ਆਪਣੇ ਆਪ ਕੋ ਸੋ ਲਖ ਮਾ ਪਾਵਾ, ਤੇ ਉਹ ਨਾਨਕ ਆਪਣੇ ਆਪ ਨੂੰ ਇਹ ਜਾਣਦਾ ਸੀ। ਜੋ ਭਵਿੱਖਤ ਪੁਰਾਣ ਤੇ ਲਿਖਿਆ ਹੋਇਆ ਸੀ, ਸੰਕੇਤ ਦਿੱਤੇ ਸਨ। ਚਲੋ ਧਰਮ ਗ੍ਰੰਥ ਜਿਹੜੇ ਨੇ ਉਹ ਕਮਾਈ ਵਾਲਿਆਂ ਨੇ ਲਿਖੇ ਹਨ ਤੇ ਇਹਨਾਂ ਗਿਆਨ ਤਾਂ ਪਰਮਾਤਮਾ ਉਹਨਾਂ ਨੂੰ ਬਖਸ਼ੀ ਦਿੰਦੇ ਹਨ ਕਿ ਕਿਹੜੇ ਕਿਹੜੇ ਸਮੇਂ ਵਿੱਚ ਕਿਹੜੀਆਂ ਕਿਹੜੀਆਂ ਰੂਹਾਂ ਸੰਸਾਰ ਦੇ ਵਿੱਚ ਆਉਣੀਆਂ ਤੇ ਕਦੋਂ ਪਰਮਾਤਮਾ ਨੇ ਆਪ ਆਉਣਾ। ਇਹ ਜਿਹੜਾ ਗਿਆਨ ਸੀ ਇਹਨੂੰ ਪ੍ਰਾਪਤ ਹੋਇਆ ਸੀ ਭਵਿੱਖਤ ਪੁਰਾਣ ਵਿੱਚੋਂ, ਤੇ ਆਪਣੇ ਆਪ ਨੂੰ ਹੀ ਇਹ ਨਾਨਕ ਨਾਮ ਇਹਨੇ ਰੱਖਿਆ ਸੀ। ਨਾਮ ਸੋ ਨਾਨਕ ਚੰਦ ਤਰਾਵਾ, ਨਾਨਕ ਚੰਦ ਇਹਨੇ ਨਾਮ ਧਰਾਇਆ ਸੀ ਆਪਣਾ। ਸ੍ਰੀ ਨਾਨਕ ਕਲ ਹਵੈ ਅਵਤਾਰਾ, ਲਿਖਿਆ ਸੀ ਉਹਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਕਲਯੁਗ ਦੇ ਅਵਤਾਰ ਹੋਣਗੇ। ਬਹੁਤ ਨਰਨ ਕੋ ਕਰੈ ਉਦਾਰਾ, ਤੇ ਹਰੀ ਅਵਤਾਰ ਧਾਰਨਗੇ ਤੇ ਬਹੁਤਿਆਂ ਦਾ ਉਦਾਰ ਕਰਨਗੇ। ਸਿਮਰਨ ਨਾਮ ਭਗਤ ਬਿਸਤਾਰ ਹੈ, ਨਾਮ ਦੇ ਵਿੱਚ, ਸਿਮਰਨ ਦੇ ਵਿੱਚ, ਭਗਤੀ ਦੇ ਵਿੱਚ ਸਾਰਿਆਂ ਨੂੰ ਲਾ ਕੇ ਸੰਸਾਰ ਸਾਗਰ ਤੋਂ ਤਾਰਨਗੇ। ਦੰਭ ਕੋ ਕਰਮ ਸਰਬ ਨਿਵਾਰ ਹੈ, ਜਿਹੜੇ ਪਖੰਡ ਹਨ, ਕੁਕਰਮ ਹਨ, ਉਹਨਾਂ ਦਾ ਨਾਸ਼ ਕਰਨਗੇ। ਅਸਮਨ ਜਾਨ ਨਾਮ ਨਿਜ ਤਰਕੈ, ਇਹ ਜਿਹੜਾ ਨਾਨੂ ਪੰਡਤ ਸੀ ਇਹਨੇ ਮਨ ਵਿੱਚ ਇਹ ਸਾਰੀਆਂ ਗੱਲਾਂ ਜਾਣ ਲਈਆਂ, ਪਰ ਸਿਮਰਨ, ਭਗਤੀ, ਨਾਮ ਜਪਣਾ, ਪਖੰਡਾਂ ਦਾ ਨਾਸ਼ ਕਰਨਾ ਇਹ ਕੰਮ ਤਾਂ ਨਹੀਂ ਸੀ ਕਰ ਸਕਿਆ। ਪਰ ਹਾਂ, ਵਿਦਿਆ ਪੜ੍ਹ ਕੇ ਮਾਨੀ ਜ਼ਰੂਰ ਸੀ ਤੇ ਦੂਜਿਆਂ ਨੂੰ ਜਿੱਤਦਾ ਸੀ ਚਰਚਾ ਕਰਕੇ। ਇਹ ਜਾਣ ਕੇ ਸੁਜਸ ਬਿਥਾਰਤ ਬਚਨ ਉਰ ਕੇ, ਆਪਣਾ ਜਸ ਕਰਾਉਣ ਵਾਸਤੇ ਇਹਨੇ ਨਾਨਕ ਚੰਦ ਨਾਮ ਰਖਾਇਆ ਸੀ। ਸੋਪੀ ਆਏ ਗਇਓ ਤਿਹ ਕਾਲਾ, ਇਹ ਵੀ ਉਸ ਸਮੇਂ ਉੱਥੇ ਪਹੁੰਚ ਗਿਆ, ਕਿਉਂਕਿ ਜਿਹੜੇ ਅੱਗੇ ਪੰਡਤ ਲੱਗੇ ਸਨ ਉਹਨਾਂ ਨੇ ਵਿਦਵਾਨ ਪੰਡਤ ਅੱਗੇ ਕੀਤੇ ਨੇ ਕਿ ਇਹਨਾਂ ਨੂੰ ਲਿਆਓ, ਇਹ ਗਿਆਨੀ ਹਨ, ਇਹਨਾਂ ਨੂੰ ਅੱਗੇ ਕਰੋ, ਤੇ ਨਾਨੂ ਪੰਡਤ ਨੂੰ ਵੀ ਅੱਗੇ ਕਰ ਦਿੱਤਾ। ਭਈ ਭੀਰ ਇਸ ਥਾਨ ਬਿਸਾਲਾ, ਇਸ ਜਗ੍ਹਾ ਬਹੁਤ ਲੋਕਾਂ ਦੀ ਭੀੜ ਇਕੱਠੀ ਹੋਈ ਹੈ। ਸ੍ਰੀ ਨਾਨਕ ਤਬ ਬੈਨ ਉਚਾਰੇ, ਮਹਾਰਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਪਖੰਡਾਂ ਨੂੰ ਖੰਡਣ ਵਾਲੇ ਮਹਾਰਾਜ, ਇਹਨਾਂ ਅਭਿਮਾਨੀਆਂ ਦਾ ਮਾਨ ਦੂਰ ਕਰਨ ਵਾਲੇ, ਪ੍ਰੇਮਾ ਭਗਤੀ ਨੂੰ ਦੀ ਜਾਗ ਲਾਉਣ ਵਾਲੇ ਪਾਤਸ਼ਾਹ ਜੀ ਨੇ ਬਚਨ ਕਹੇ। ਕੋਆ ਮਿਖ ਹੈ ਮਤੇ ਤੁਮਾਰੇ, ਸਤਿਗੁਰੂ ਜੀ ਕਹਿੰਦੇ ਦੱਸੋ ਪਹਿਲਾਂ ਕਿ ਤੁਹਾਡੇ ਮਤ ਦੇ ਵਿੱਚ ਆਮਿਖ ਕਹਿੰਦੇ ਨੇ ਮਾਸ ਨੂੰ। ਮਾਸ ਕੀ ਹੈ? ਬ੍ਰਾਹਮਣ ਕੋ ਇਹ ਧਰਮ ਅਲਾਵੈ, ਬ੍ਰਾਹਮਣ ਦਾ ਜਿਹੜਾ ਧਰਮ ਕੀ ਹੈ? ਵੇਦ ਪੜੈ ਅਰ ਯੱਗ ਕਰਾਵੈ। ਜਿਹੜਾ ਬ੍ਰਾਹਮਣ ਦਾ ਧਰਮ ਹੈ ਉਹ ਇਹ ਹੈ ਕਿ ਉਹ 6 ਕਰਮ ਉਹਦੇ ਮੁੱਖ ਹਨ। ਵਿਦਿਆ ਪੜ੍ਹਨੀ, ਪੜਾਉਣੀ, ਜੱਗ ਕਰਨਾ, ਕਰਾਉਣਾ, ਦਾਨ ਦੇਣਾ ਤੇ ਲੈਣਾ, ਇਹ ਜਿਹੜੇ ਬ੍ਰਾਹਮਣ ਦੇ ਮੁੱਖ ਕਰਮ ਹਨ। ਛਤਰੀ ਧਰਮ ਜੁਧ ਹਿਤ ਤਰਨਾ, ਤੇ ਇਸ ਕਰਕੇ ਕਹਿਣ ਲੱਗੇ ਛਤਰੀ ਧਰਮ ਜੁਧ ਹਿਤ ਧਰਨਾ। ਬ੍ਰਾਹਮਣ ਕੋ ਆਮਿਖ ਹੈ ਮਤੋ ਤੁਮਾਰੇ, ਬ੍ਰਾਹਮਣ ਕੋ ਇਹ ਧਰਮ ਅਲਾਵੈ, ਵੇਦ ਪੜੈ ਅਰ ਜੱਗ ਕਰਾਵੈ, ਛਤਰੀ ਜੁਧ ਹਿਤ ਧਰਮ ਧਰਨਾ। ਜਿਹੜੇ ਛਤਰੀ ਹਨ ਉਹ ਧਰਮ ਯੁੱਧ ਕਰਨ ਵਾਸਤੇ ਸ਼ਸਤਰ ਧਾਰਦੇ ਹਨ। ਆਮਿਖ ਸੰਗ ਯੱਗ ਕੋ ਕਰਨਾ, ਫਿਰ ਉਹ ਮਾਸ ਲੈ ਕੇ ਜਿਹੜੇ ਛਤਰੀ ਹਨ ਤੇ ਜੱਗ ਕਰਦੇ ਹਨ। ਹਮ ਨਿਜ ਧਰਮ ਵਿਖੈ ਹੈ ਠਾਂਡੇ, ਸਤਿਗੁਰੂ ਜੀ ਕਹਿੰਦੇ ਆ ਪੰਡਤੋ
ਅਸੀਂ ਆਪਣੇ ਧਰਮ ਦੇ ਵਿੱਚ ਖੜੇ ਹਾਂ ਤੁਮਨੇ ਪੇਖਤ ਕਿਉਂ ਇਸ ਬਾਡੇ। ਤੇ ਤੁਸੀਂ ਦੇਖ ਕਰਕੇ ਕਿਉਂ ਗੁੱਸਾ ਆਪਣਾ ਵਧਾ ਲਿਆ। ਕਿਉਂਕਿ ਜਿਹੜਾ ਬ੍ਰਾਹਮਣ ਹੈ ਨਾ, ਬ੍ਰਾਹਮਣ ਦਾ ਕਰਮ ਹੈ ਜਗ ਕਰਨਾ, ਦਾਨ ਕਰਨਾ, ਦਾਨ ਲੈਣਾ, ਵਿਦਿਆ ਪੜ੍ਹਨੀ ਪੜਾਉਣੀ। ਤੇ ਜਿਹੜਾ ਛਤਰੀ ਹੈ ਉਹ ਸ਼ਸਤਰ ਧਾਰ ਕੇ, ਤੇ ਗੁਰਦੇਵ ਕਹਿੰਦੇ ਜਿਹੜੇ ਛਤਰੀ ਲੋਕ ਹਨ ਉਹ ਤਾਂ ਜਗ ਕਰਨ ਵਾਸਤੇ ਤਾਂ ਮਾਸ ਰਿੰਨਦੇ ਹੀ ਹਨ, ਅਸੀਂ ਤਾਂ ਧਰਮ ਦੇ ਵਿੱਚ ਖਲੋਤੇ ਹਾਂ। ਤੁਸੀਂ ਦੇ ਕਰਕੇ ਕਿਉਂ ਆਪਣਾ ਗੁੱਸਾ ਵਧਾ ਲਿਆ। ਸੁਨ ਕਰ ਬੋਲੇ ਪੰਡਤ ਸਭ ਹੀ। ਗੁਰੂ ਸਾਹਿਬ ਦਾ ਇਹ ਬਚਨ ਸੁਣ ਕੇ ਸਾਰੇ ਪੰਡਤ ਕਹਿਣ ਲੱਗੇ, ਖੱਤਰੀ ਨਿਕਟ ਸ਼ਸਤਰ ਹੈ ਸਦ ਹੀ। ਕਹਿੰਦੇ ਜੇ ਤੁਸੀਂ ਖੱਤਰੀ ਹੋ ਤੇ ਖੱਤਰੀ ਤਾਂ ਆਪਣੇ ਪਾਸ ਸ਼ਸਤਰ ਰੱਖਦੇ ਹਨ। ਤੁਮਨੇ ਵੇਖ ਫਕੀਰੀ ਲੀਨੋ। ਤੁਸੀਂ ਤਾਂ ਆਪਣਾ ਫਕੀਰਾਂ ਵਾਲਾ ਲਿਬਾਸ ਧਾਰਿਆ ਹੋਇਆ ਹੈ। ਬਿਨਾ ਸ਼ਸਤਰ ਕਿਉਂ ਛਤਰੀ ਚੀਨੋ। ਫਿਰ ਬਿਨਾ ਸ਼ਸਤਰ ਤੋਂ ਤੁਸੀਂ ਕਿਸ ਤਰ੍ਹਾਂ ਛਤਰੀ ਪਛਾਣੇ ਜਾਵੋਗੇ। ਗੁਰੂ ਕਹੈ ਆ ਜੁਧ ਹਮ ਪਾਸੂ। ਸਤਿਗੁਰੂ ਜੀ ਕਹਿਣ ਲੱਗੇ, ਸੁਣੋ ਪੰਡਤੋ, ਸਾਡੇ ਕੋਲ ਤਾਂ ਆਪਣੇ ਸ਼ਸਤਰ ਹੈ ਨਾ। ਉੱਚ ਰਹਿ ਨਾਮ ਸੁਨੋ ਮੈਂ ਤਾਸੂ। ਅਸੀਂ ਉਹਨਾਂ ਸ਼ਸਤਰਾਂ ਦੇ ਨਾਂ ਤੁਹਾਡੇ ਪਾਸ ਸੁਣਾਉਂਦੇ ਹਾਂ, ਸੁਣਨਾ ਕਰੋ। ਤੀਸ਼ਨ ਖੜਗ ਨਾਮ ਕਰਤਾਰਾ। ਜਿਹੜਾ ਪਰਮਾਤਮਾ ਦਾ ਨਾਮ ਜਪਦੇ ਆ ਨਾ, ਇਹ ਸਾਡੇ ਪਾਸ ਤਿੱਖੀ ਤਲਵਾਰ ਹੈ। ਜਿਹੜੀਆਂ ਬਾਹਰ ਮੁਖੀ ਤਲਵਾਰਾਂ ਨੇ, ਹੋ ਸਕਦਾ ਹੈ ਕਿ ਇਹ ਕਿਤੇ ਧਰੀਆਂ ਰਹਿ ਜਾਣ ਜਾਂ ਇਹ ਕਿਤੇ ਟੁੱਟ ਸਕਦੀਆਂ ਨੇ ਜੰਗ ਦੇ ਮੈਦਾਨ ਅੰਦਰ, ਪਰ ਸਭ ਤੋਂ ਪਹਿਲੀ ਤਲਵਾਰ ਹੈ ਉਹ ਗੁਰਦੇਵ ਕਹਿੰਦੇ ਹਨ ਨਾਮ ਦੀ ਤਲਵਾਰ ਅਸੀਂ ਧਾਰਨ ਕੀਤੀ। ਕੱਲ ਆਪਾਂ ਖਾਲਸਾ ਸਾਜਨਾ ਦਿਵਸ ਸਾਰੀ ਸੰਗਤ ਨੇ ਸ਼ਰਧਾ ਭਾਵਨਾ ਸਹਿਤ ਮਨਾਇਆ। ਸੰਗਤ ਜੀ, ਜਿਹੜੀ ਤਲਵਾਰ, ਜਿਹੜੀ ਕਿਰਪਾਨ ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਨ 1699 ਦੀ ਵਿਸਾਖੀ ਨੂੰ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਉਹ ਤਲਵਾਰ ਦਾ ਲੋਹਾ ਜਿਹੜਾ ਸੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਸਰੂਪ ਦੇ ਵਿੱਚ ਹੀ ਤਿਆਰ ਕਰ ਦਿੱਤਾ ਸੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮਹਾਰਾਜ ਕਹਿਣ ਲੱਗੇ, ਸਭ ਤੋਂ ਪਹਿਲਾਂ ਸਾਡੇ ਕੋਲ ਤਿੱਖੀ ਤਲਵਾਰ ਉਹ ਕਿਹੜੀ ਹੈ। ਗੁਰੂ ਕਹੈ ਆਯੁਧ ਹਮ ਪਾਸੂ, ਸਾਡੇ ਕੋਲ ਸ਼ਸਤਰ ਹਨ। ਸਭ ਤੋਂ ਪਹਿਲਾਂ ਉਹਦਾ ਨਾਮ ਸੁਣੋ, ਤੀਸ਼ਨ ਖੜਗ ਨਾਮ ਕਰਤਾਰਾ। ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਸਾਡੇ ਪਾਸ ਤਿੱਖੀ ਤਲਵਾਰ ਹੈ। ਸਤ ਸੰਗਤ ਹਿਤ ਤਨੁਖ ਸੋ ਪਾਰਾ। ਜਿਹੜੀ ਅਸੀਂ ਸੰਗਤ ਕਰਦੇ ਹਾਂ, ਸਤ ਸੰਗੀ ਜਨ ਬੈਠ ਕਰਕੇ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੀ, ਇਹ ਗੁਰਦੇਵ ਕਹਿੰਦੇ ਸੰਗਤ ਕਰਨੀ ਸਾਡੇ ਕੋਲ ਤਨੁਖ ਹੈ। ਸਮਦਮ ਆਦਿਕ ਬਾਣ ਬਿਸਾਲਾ। ਮਨ ਨੂੰ ਵਾਸ਼ਨਾਵਾਂ ਤੋਂ ਰੁਕਣਾ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਬਚਾ ਕੇ ਰੱਖਣਾ, ਇਹ ਸਾਡੇ ਕੋਲ ਤੀਰ ਹਨ। ਮ੍ਰਿਗ ਰੂਪੀ ਮਨ ਹੱਥ ਤਕਾਲਾ। ਜਿਹੜਾ ਹਿਰਨ ਰੂਪੀ ਮ੍ਰਿਗ ਹੈ, ਇਹਨੂੰ ਅਸੀਂ ਤਤਕਾਲਾ ਨਾ ਮਾਰਿਆ ਹੋਇਆ ਹੈ, ਵਸ ਵਿੱਚ ਕੀਤਾ ਹੋਇਆ ਹੈ। ਬ੍ਰਹਮ ਅਗਨ ਮਹਿ ਹੋਮ ਸੋ ਕਰਹੀ। ਮਨ ਰੂਪੀ ਹਿਰਨ ਨੂੰ ਬ੍ਰਹਮ ਰੂਪੀ ਹੋਮ ਅਗਨੀ ਦੇ ਵਿੱਚ ਪਾ ਕਰਕੇ ਨਿਤਾ ਪ੍ਰਤਿਆ ਸੇਹਿਤ ਤਰਹੀ। ਨਿਤਾ ਪ੍ਰਤੀ ਇਹ ਜਗ ਅਸੀਂ ਹਰ ਰੋਜ਼ ਕਰ ਰਹੇ ਹਾਂ। ਸੁਨ ਪੰਡਿਤ ਪੁਨ ਬਚਨ ਉਚਾਰਾ। ਸਤਿਗੁਰਾਂ ਦਾ ਇਹ ਬਚਨ ਸੁਣ ਕੇ ਫਿਰ ਪੰਡਤ ਕਹਿਣ ਲੱਗੇ, ਤੁਮ ਤੋ ਪ੍ਰਗਟ ਮਿਰਗ ਕੋ ਮਾਰਾ। ਮਹਾਰਾਜ ਜੀਆਂ ਨੇ ਜਦੋਂ ਅੰਤਰੀਵ ਸ਼ਸਤਰਾਂ ਦੀ ਗੱਲ ਕੀਤੀ ਕਿ ਪ੍ਰਮਾਤਮਾ ਦਾ ਨਾਮ ਸਾਡੇ ਕੋਲ ਤਲਵਾਰ ਹੈ, ਸਤ ਸੰਗਤ ਕਰਨੀ ਇਹ ਧਨੁਖ ਹੈ, ਮਨ ਨੂੰ ਵਿਕਾਰਾਂ ਵੱਲੋਂ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ ਇਹ ਤੀਰ ਹਨ। ਮਨ ਰੂਪੀ ਹਿਰਨ ਨੂੰ ਅਸੀਂ ਮਾਰਿਆ ਹੋਇਆ, ਬ੍ਰਹਮ ਅਗਨ ਦੇ ਵਿੱਚ ਆਪਾਂ ਇਹ ਜਗ ਕਰ ਰਹੇ ਹਾਂ। ਇਹ ਸੁਣ ਕੇ ਕਹਿਣ ਲੱਗੇ ਕਿ ਤੁਸੀਂ ਤਾਂ ਪ੍ਰਤੱਖ ਹੀ ਹਿਰਨ ਜਿਹੜਾ ਉਹ ਮਾਰਿਆ ਹੈ। ਰੀਦਤ ਹੋਆ ਬਦੇਗ ਉਚਾਰਾ। ਹੁਣ ਇਸ ਬਰਤਨ ਵਿੱਚ ਪਾ ਕਰਕੇ ਹਿਰਨ ਨੂੰ ਰਿੰਨ ਲਏ ਹੋ। ਹਮਕੋ ਔਰ ਹੈ ਰੀਤ ਬਤਾਏ। ਸਾਨੂੰ ਤਾਂ ਤੁਸੀਂ ਹੋਰ ਹੀ ਤਰ੍ਹਾਂ ਦੱਸ ਰਹੇ ਹੋ। ਕਮਲ ਬਦਨ ਬੋਲੇ ਸੁਨ ਕਾਨਾ। ਸੁਣ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਚਤੁਰਵੇਦ ਇਸ ਭਾਂਤ ਬਖਾਨਾ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੇ 4 ਵੇਦ ਨੇ ਉਹ ਇਸ ਤਰ੍ਹਾਂ ਕਹਿੰਦੇ ਹਨ। ਆਖੇਰ ਬ੍ਰਿਤ ਖਤਰਨ ਕੈ ਕਰਨੀ। ਕਿ ਜਿਹੜਾ ਖੱਤਰੀ ਹੈ ਉਸਨੇ ਸ਼ਿਕਾਰ ਕਰਕੇ ਕਥਾ ਜੁਗਨ ਚਾਰੋ ਮਹਿਬਰਣੀ। ਜਿਹੜਾ ਖੱਤਰੀ ਹੈ ਉਹਨੇ ਸ਼ਿਕਾਰ ਕਰਨਾ ਹੈ। ਚਾਰੇ ਵੇਦਾਂ ਦੇ ਵਿੱਚ ਇਸ ਤਰ੍ਹਾਂ ਦੱਸਿਆ ਹੈ, ਜੇ ਹੰਕਾਰੀ ਨਰ ਜਗ ਮਾਹੀ। ਜਿਹੜੇ ਹੰਕਾਰੀ ਲੋਕ ਜਗਤ ਵਿੱਚ ਹਨ, ਹਿੰਸਾ ਕੋ ਅਗ ਲਾਗੈ ਤਾਹੀ। ਹਿੰਸਾ ਦਾ ਪਾਪ ਉਹਨਾਂ ਨੂੰ ਲੱਗਦਾ ਹੈ। ਹੰਤਾ ਖੋਏ ਭਏ ਜੇ ਗਿਆਨੀ। ਜਿਹੜੇ ਗਿਆਨੀਆਂ ਨੇ ਆਪਣੇ ਅੰਦਰੋਂ ਹੰਕਾਰ ਨਾਸ਼ ਕਰ ਦਿੱਤੇ ਹਨ। ਸਰਬ ਦਵੈਤ ਜੋ ਹਿਰਦੈ ਮਿਟਾਨੀ। ਸਾਰੀ ਈਰਖਾ ਆਪਣੇ ਅੰਦਰੋਂ ਦੂਰ ਕਰ ਦਿੱਤੀ ਹੈ ਕਿਸੇ ਪ੍ਰਤੀ। ਪੂਰਨ ਸਤ ਆਤਮਾ ਜਾਣੈ। ਇੱਕ ਪਰਮਾਤਮਾ ਦੀ
ਦੀ ਆਤਮਾ ਨੂੰ ਪੂਰਨ ਜਾਣਦੇ ਹਨ। ਜਗਤ ਅਸਤ ਸਦਾ ਪਹਿਚਾਨੈ, ਸਦਾ ਹੀ ਇਸ ਜਗਤ ਨੂੰ ਨਾਸਵੰਤ ਜਾਣਦੇ ਨੇ। ਤੀਨ ਕਾਲ ਜਿਹੇ ਜਗਤ ਅਪਾਊ, ਤਿੰਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਤਿੰਨ ਕਾਲ ਅਣਹੋਇਆ ਮੰਨਿਆ ਹੈ, ਤਿਨ ਕੋ ਦੋਸ਼ ਨ ਲਾਗੈ ਕਾਊ। ਉਹਨਾਂ ਨੂੰ ਕਦੇ ਵਾਸਤੇ ਕੋਈ ਦੋਸ਼ ਨਹੀਂ ਲੱਗਦਾ। ਜੋ ਅਗਿਆਨੀ ਨਰ ਮਤ ਮੰਦੇ, ਜਿਹੜੇ ਅਗਿਆਨੀ ਮੰਦੀ ਮਤ ਵਾਲੇ ਹਨ, ਵਰਨਾਸ਼ਰਮ ਕੇ ਧਰਮ ਹੈ ਫੰਦੇ। ਵਰਨ ਆਸ਼ਰਮਾਂ ਦੇ ਧੰਦਿਆਂ ਦੇ ਵਿੱਚ ਫਸੇ ਹੋਏ ਹਨ। ਅੰਤਰ ਮਨ ਚਾਹਤ ਰਸ ਖਾਵਨ, ਆਪਣੇ ਅੰਦਰ ਮਨ ਦੇ ਚਾਹਤ ਰਸ ਖਾਵਨ। ਵਹਿਰਨ ਤਜੇ ਹਿਤ ਲੋਕ ਦਿਖਾਵਨ। ਅੰਦਰੋਂ ਚਾਹੁੰਦਾ ਹੈ ਉਹਨਾਂ ਦਾ ਮਨ ਸਾਰੇ ਰਸਾਂ ਨੂੰ ਖਾਣਾ, ਪਰ ਬਾਹਰ ਮੁਖੀ ਦਿਖਾਵੇ ਕਰਦੇ ਨੇ ਕਿ ਅਸੀਂ ਤਿਆਗੀ ਹਾਂ, ਅਸੀਂ ਸੰਨਿਆਸੀ ਹਾਂ, ਅਸੀਂ ਤਾਂ ਜੀ ਇਹ ਮਾਸ ਦੇ ਨੇੜੇ ਨਹੀਂ ਜਾਂਦੇ, ਪਰ ਪਰਾਇਆ ਹੱਕ ਰੂਪੀ ਮਾਸ ਖਾਣ ਤੋਂ ਕਦੇ ਗੁਰੇਜ਼ ਵੀ ਨਹੀਂ ਕਰਦੇ। ਮਹਾਰਾਜ ਕਹਿਣ ਲੱਗੇ ਜਿਹੜੇ ਗਿਆਨੀ ਹਨ ਉਹ ਕਦੇ ਵਾਸਤੇ ਪਾਪ ਉਹਨਾਂ ਨੂੰ ਨਹੀਂ ਲੱਗਦਾ। ਉਹਦਾ ਕਾਰਨ ਕਿਉਂਕਿ ਉਹਨਾਂ ਦਾ ਮਨ ਪਵਿੱਤਰ ਹੈ, ਉਹ ਮਨ ਕਰਕੇ ਧਰਮੀ ਬਣੇ ਹਨ। ਜਿਹੜੇ ਅਗਿਆਨੀ ਨੇ ਉਹ ਬਾਹਰ ਮੁਖੀ ਦਿਖਾਉਂਦੇ ਹਨ ਕਿ ਅਸੀਂ ਬੜੇ ਧਰਮੀ ਹਾਂ, ਅਸੀਂ ਪਾਪ ਕੋਈ ਕਰਦੇ ਨਹੀਂ, ਪਰ ਅੰਦਰੋਂ ਉਹਨਾਂ ਦਾ ਮਨ ਜਿਹੜਾ ਇਹ ਰਸਾਂ ਨੂੰ ਚਾਹੁੰਦਾ ਹੈ। ਸੇ ਮਰ ਜਨਮੈ ਜਗ ਕੇ ਮਾਹੀ, ਐਸੇ ਅਗਿਆਨੀ ਲੋਕ ਜਗਤ ਵਿੱਚ ਬਾਰ-ਬਾਰ ਜੰਮਦੇ ਹਨ। ਕਬਹੁ ਹੋਤ ਛੁਟਕਾਰਾ ਨਾਹੀ, ਮਰਦੇ ਨੇ ਜੰਮਦੇ ਨੇ, ਕਦੇ ਵੀ ਇਸ ਗੇੜੇ ਤੋਂ ਛੁਟਕਾਰਾ ਨਹੀਂ ਹੁੰਦਾ। ਦੋਹਰਾ ਇਸ ਪ੍ਰਕਾਰ ਕਹਿ ਸਬਨ ਸੋ, ਇਸ ਤਰ੍ਹਾਂ ਸਤਿਗੁਰੂ ਜੀ ਨੇ ਕਹਿ ਕੇ ਸਾਰਿਆਂ ਦੇ ਤਾਈਂ ਉਚਰਿਓ ਬਹੁਰ ਸਲੋਕ। ਮਲਾਰ ਰਾਗ ਦੇ ਅੰਦਰ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਮਨ ਵਿਕਾਰ ਤਿਨ ਪ੍ਰਗਟ ਕੀਏ, ਜਿਹੜੇ ਇਹਨਾਂ ਦੇ ਮਨ ਵਿੱਚ ਵਿਕਾਰ ਸੀ ਨਾ, ਹੁਣ ਮਨ ਤਾਂ ਵਿਕਾਰੀ ਹੈ, ਪਰ ਦੂਜਿਆਂ ਨੂੰ ਦਿਖਾਉਂਦੇ ਆ ਪਹਿਰਾਵਾ ਪਾ ਕੇ ਧਰਮੀ ਹਾਂ, ਦੂਜਿਆਂ ਦੀ ਗੱਲਾਂ ਕਰਨ ਨੂੰ ਤਿਆਰ ਹਾਂ, ਦੂਜਿਆਂ ਨੂੰ ਸਮਝਾਉਣ ਨੂੰ ਤਾਂ ਸਾਰੇ ਹੀ ਤਿਆਰ ਹੋ ਜਾਂਦੇ, ਪਰ ਅੰਦਰ ਜਿਹੜਾ ਹੈ ਮਨ ਸਾਡਾ ਵੀ ਵਿਕਾਰੀ ਹੈ। ਇਹ ਵਿਕਾਰ ਪ੍ਰਗਟ ਸਤਿਗੁਰਾਂ ਨੇ ਅੰਦਰ ਦੇ ਕੀਤੇ ਹਨ ਇਹਨਾਂ ਦੇ। ਸੁਨਤ ਬਰਿੰਦ ਤਹ ਲੋਕ, ਸਾਰੇ ਲੋਕ ਜਿਹੜੇ ਸਨ ਕੁਰੂਕਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਦਾ ਪੁਰਬ ਸੀ, ਬਹੁਤ ਭਾਰੀ ਮੇਲਾ ਲੱਗਾ ਹੋਇਆ ਸੀ। ਸਾਡੇ ਕਲਿਆਣ ਵਾਸਤੇ ਵੀ ਮਹਾਰਾਜ ਜੀ ਨੇ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਮਹਲਾਰ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ। ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ। ਗੁਰਦੇਵ ਇੱਥੇ ਉਚਾਰਨ ਕਰਦੇ ਨੇ ਪਹਿਲਾਂ ਮਾਸੋ ਨਿਮਿਆ। ਸਭ ਤੋਂ ਪਹਿਲਾਂ ਪਿਤਾ ਕੀ ਬਿੰਦ ਜਿਹੜੀ ਸੀ ਉਹ ਵੀ ਮਾਸ ਤੋਂ ਬਣੀ ਸੀ। ਨਿਮਿਆ ਪਿਤਾ ਦੀ ਬਿੰਦ ਕਰਕੇ ਇਹ ਨਿਮਿਆ ਮਾਸ ਦੁਆਰਾ, ਤੇ ਮਾਸੈ ਅੰਦਰ ਵਾਸ, ਜਿਹੜਾ ਮਾਂ ਦੀ ਉਦਰ ਦੇ ਅੰਦਰ ਇਸ ਦਾ ਵਾਸਾ ਹੋਇਆ ਉਹ ਵੀ ਮਾਸ ਦਾ ਹੀ ਮਾਤਾ ਦਾ ਉਦਰ ਬਣਿਆ ਹੈ। ਜੀਉ ਪਾਏ ਮਾਸ ਮਹਿ ਮਿਲਿਆ, ਜੀਉ ਪਾਏ ਮਾਸ ਮੋਹਿ ਮਿਲਿਆ। ਤੇ ਜਿਹੜਾ ਜੀਵ ਸੀ ਇਹ ਮਾਸ ਦਾ ਹੀ ਬਣਿਆ, ਤੇ ਜਦੋਂ ਬਾਹਰ ਆਇਆ ਇਹਦਾ ਜਨਮ ਹੋਇਆ ਤੇ ਮੂੰਹ ਵੀ ਇਹਦਾ ਮਾਸ ਦਾ ਹੈ। ਹੱਡ ਚੰਮ ਤਨ ਮਾਸ, ਇਹ ਜਿਹੜੇ ਹੱਡ ਹਨ ਚੰਮ ਹਨ ਇਹ ਸਾਰਾ ਸਰੀਰ ਤਾਂ ਮਾਸ ਦਾ ਬਣਿਆ ਹੈ। ਮਾਸੋਂ ਬਾਹਰ ਕੱਢਿਆ, ਮਾਂ ਦੇ ਉਦਰ ਵਿੱਚੋਂ ਉਹ ਉਦਰ ਮਾਸ ਦੀ ਸੀ, ਮਾਸ ਦਾ ਬਣਿਆ ਸੀ, ਉਹਦੇ ਤੋਂ ਬਾਹਰ ਆਇਆ। ਮੰਮਾ ਮਾਸ ਗਿਰਾਸ, ਤੇ ਸਭ ਤੋਂ ਪਹਿਲਾਂ ਜਿਹੜਾ ਇਹਦਾ ਭੋਜਨ ਬਣਿਆ ਮਾਂ ਦਾ ਅਸਥਨ ਮੂੰਹ ਦੇ ਵਿੱਚ ਪਾਇਆ ਬੱਚੇ ਨੇ ਦੁੱਧ ਪੀਣ ਵਾਸਤੇ, ਉਹ ਵੀ ਮਾਸ ਦਾ ਹੀ ਬਣਿਆ ਸੀ। ਮੋਹ ਮਾਸੈ ਕਾ ਜੀਭ ਮਾਸੈ ਕੀ, ਤੇ ਮੂੰਹ ਮਾਸ ਦਾ ਬਣਿਆ ਤੇ ਮੂੰਹ ਦੇ ਵਿੱਚ ਜਿਹੜੀ ਜੀਭ ਹੈ ਉਹ ਵੀ ਮਾਸ ਦੀ ਬਣੀ ਹੈ। ਮਾਸੈ ਅੰਦਰ ਸਾਸ, ਤੇ ਜਿਹੜੇ ਫੇਫੜਿਆਂ ਰਾਹੀਂ ਇਹ ਸਾਹ ਲੈ ਰਿਹਾ ਹੈ ਉਹ ਫੇਫੜੇ ਵੀ ਜਿਹੜੇ ਮਾਸ ਦੇ ਬਣੇ ਹਨ। ਵੱਡਾ ਹੁਆ ਵਿਆਹਿਆ, ਜਦੋਂ ਇਹ ਵੱਡਾ ਹੁੰਦਾ ਹੈ ਜੀਵ ਤੇ ਵਿਆਹਿਆ ਜਾਂਦਾ ਹੈ। ਘਰ ਲੈ ਆਇਆ ਮਾਸ, ਜਿਹੜੀ ਚਾਹ ਦੇ ਨਾਲ ਔਰਤ ਘਰੇ ਲੈ ਕੇ ਆਂਦਾ ਹੈ ਉਹ ਵੀ ਮਾਸ ਦੀ ਬਣੀ ਹੈ। ਮਾਸੋਂ ਹੀ ਮਾਸ ਉਪਜੈ, ਫਿਰ ਮਾਸ ਦੁਆਰਾ ਹੀ ਜਿਹੜੀ ਅੱਗੇ ਸੰਤਾਨ ਉਪਜੈ ਪੈਦਾ ਹੁੰਦੀ ਹੈ। ਮਾਸੋਂ ਸਭੋ ਸਾਕ, ਜਿਹੜੇ ਨਾਨੀਆਂ ਮਾਮੀਆਂ ਮਾਸੀਆਂ ਮਾਮੇ ਇਹ ਸਾਰੇ ਜਿਹੜੇ ਸਾਕ ਬਣੇ ਹਨ ਉਹ ਵੀ ਮਾਸ ਦੇ ਹਨ। ਸਤਿਗੁਰ ਮਿਲਿਆ ਹੁਕਮ ਬੁੱਝੀਐ, ਜੇ ਪੂਰਾ ਗੁਰੂ ਮਿਲ ਜਾਵੇ ਤਾਂ ਉਹਦੇ ਕੋਲੋਂ ਪੁੱਛੀਦਾ ਹੈ। ਤਾਂ ਕੋ ਆਵੈ ਰਾਸ, ਪੂਰੇ ਸਤਿਗੁਰਾਂ ਕੋਲੋਂ ਉਪਦੇਸ਼ ਲੈ ਕੇ ਹੀ ਇਹ ਜਿਹੜਾ ਜੀਵਨ ਦਾ ਮਨੋਰਥ ਸਮਝ ਆਉਂਦਾ ਹੈ ਕਿ ਇਹ ਜੀਵ ਸੰਸਾਰ ਵਿੱਚ ਕਰਨ ਕੀ ਆਇਆ, ਕਰ ਕੀ ਰਿਹਾ ਹੈ, ਕਿਸ ਤਰ੍ਹਾਂ ਧਰਮੀ ਬਣਿਆ ਜਾਂਦਾ ਹੈ। ਇਹ ਸਿੱਖਿਆ ਪੂਰੇ ਸਤਿਗੁਰਾਂ ਪਾਸੋਂ ਮਿਲਦੀ ਹੈ। ਆਪ ਛੁੱਟੇ ਨਹਿ ਛੁੱਟੀਐ, ਆਪਣੇ ਆਪ ਇਹ ਜੀਵ ਨਹੀਂ ਛੁੱਟ ਸਕਦਾ ਇਸ ਮਾਸ ਤੋਂ। ਨਾਨਕ ਬਚਨ ਬਿਨਾਸ, ਇਹ ਸਤਿਗੁਰੂ ਜੀ ਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਪਾਵਨ ਬਚਨ ਉਚਾਰਨ ਕੀਤੇ ਹਨ
ਕਿ ਜੇ ਪੂਰਾ ਗੁਰੂ ਮਿਲ ਜਾਵੇ, ਪੂਰਾ ਸਤਿਗੁਰੂ ਮਿਲੇ, ਉਹਦੇ ਕੋਲੋਂ ਉਪਦੇਸ਼ ਲੈ ਕੇ ਛੁੱਟੀਦਾ ਹੈ, ਨਹੀਂ ਛੁੱਟੀ ਹੈ। ਆਪਣੇ ਯਤਨ ਦੇ ਨਾਲ ਜੀਵ ਨਹੀਂ ਛੁੱਟ ਸਕਦਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰੂ ਤੋਂ ਬਿਨਾਂ ਨਾ ਤੇ ਕਿਸੇ ਨੇ ਪ੍ਰਭੂ ਨੂੰ ਪਾਇਆ ਹੈ, ਨਾ ਕੋਈ ਪਾ ਸਕੇਗਾ। ਪੂਰੇ ਸਤਿਗੁਰਾਂ ਦੀ ਪ੍ਰਾਪਤੀ ਦੇ ਨਾਲ ਹੀ ਇਹ ਜੀਵ ਦਾ ਉਧਾਰ ਹੁੰਦਾ ਹੈ। ਦੋਹਰਾ ਜਨਮਾਦਿਕ ਤੇ ਅਪਰਜੋ, ਜਨਮ ਆ ਤੋਂ ਲੈ ਕੇ ਹੋਰ ਜੋ ਹਨ, ਮਾਸੋਂ ਸਭੇ ਹੋਏ। ਸਾਰੇ ਮਾਸ ਤੋਂ ਹੀ ਬਣੇ ਹਨ। ਬਿਨਾ ਮਾਸ ਨਹਿ ਹੈ ਕੁਛੂ, ਮਹਾਰਾਜ ਕਹਿੰਦੇ ਐ ਪੰਡਤੋ ਦੱਸੋ ਕਿ ਮਾਸ ਤੋਂ ਬਿਨਾਂ ਕੀ ਹੈ। ਹੋਏ ਨਾ ਉਚਰਹੁ ਕੋਏ। ਜੇ ਕੁਝ ਹੋਵੇ ਤਾਂ ਤੁਸੀਂ ਉਚਾਰ ਕੇ ਦੱਸੋ। ਗਹਿ ਵਿਰਾਗ ਜੇ ਉਰ ਬਿਖੈ, ਜਿਹੜਾ ਹਿਰਦੇ ਵਿੱਚ ਵਿਰਾਗ ਧਾਰਨਾ ਹੈ, ਸਤਿਗੁਰ ਕੇ ਢਿਗ ਜਾਏ। ਵਿਰਾਗ ਵੀ ਤਾਂ ਧਾਰਿਆ ਜਾਂਦਾ ਹੈ ਇਸ ਸੰਸਾਰ ਤੋਂ, ਪਦਾਰਥਾਂ ਤੋਂ, ਜੇ ਪੂਰੇ ਸਤਿਗੁਰਾਂ ਦਾ ਮਿਲਾਪ ਮਿਲ ਜਾਵੇ। ਤਾਂ ਕੋ ਦੇ ਉਪਦੇਸ਼ ਜਬ, ਫਿਰ ਪੂਰੇ ਸਤਿਗੁਰੂ ਜਦੋਂ ਜੀਵ ਨੂੰ ਉਪਦੇਸ਼ ਦਿੰਦੇ ਹਨ, ਭੇਦ ਹੈ ਸਰਬ ਲਖਾਏ। ਇਹ ਸਾਰਾ ਭੇਦ ਜਿਹੜਾ ਹੈ ਸਮਝ ਆ ਜਾਂਦਾ ਹੈ। ਤਨ ਕੋ ਜਨ ਹੈ ਭਿੰਨ, ਕਿਹੜਾ ਭੇਦ ਸਮਝ ਆਉਂਦਾ ਹੈ? ਜਦੋਂ ਪੂਰੇ ਸਤਿਗੁਰਾਂ ਕੋਲ ਜਾਂਦੇ ਆ, ਗੁਰੂ ਕੋਲ ਜਾਂਦੇ ਆ, ਤੇ ਗੁਰੂ ਇਹ ਭੇਦ ਸਮਝਾ ਦਿੰਦੇ ਨੇ ਕਿ ਸਰੀਰ ਜਿਹੜਾ ਇਹ ਵੱਖਰਾ ਹੈ, ਪੁਨ ਚੇਤਨ ਭਿੰਨ ਤੇ ਦਿਖਾਏ। ਜਿਹੜੀ ਚੇਤਨਤਾ ਹੈ ਇਹ ਵੱਖਰੀ ਹੈ। ਇਹ ਗੁਰੂ ਹੀ ਜਾ ਕੇ ਦਿਖਾਉਂਦੇ ਨੇ। ਨਹੀਂ ਤਾਂ ਜਿੰਨਾ ਚਿਰ ਸੰਗਤ ਨਹੀਂ ਕਰੀਦੀ, ਗੁਰੂ ਕੋਲ ਨਹੀਂ ਆਈਦਾ, ਉਹਨਾਂ ਚਿਰ ਤਾਂ ਇਹ ਸਰੀਰਾਂ ਨੂੰ ਹੀ ਸੱਚ ਸਮਝੀ ਬੈਠੇ ਹਾਂ, ਜਿਹੜੇ ਮਾਸ ਦੇ ਬਣੇ ਹਨ। ਤੇ ਮਹਾਰਾਜ ਕਹਿੰਦੇ ਨੇ ਜਦੋਂ ਪੂਰਾ ਗੁਰੂ ਮਿਲ ਜਾਵੇ ਤਾਂ ਫਿਰ ਇਹ ਭੇਦ ਸਮਝਾ ਦਿੰਦੇ ਨੇ ਕਿ ਸਰੀਰ ਵੱਖਰਾ ਹੈ ਤੇ ਚੇਤਨਤਾ ਵੱਖਰੀ ਹੈ। ਸਤ ਆਤਮਾ ਜਾਣਹੀ, ਜਿਹੜੀ ਸਰੀਰ ਦੇ ਵਿੱਚ ਆਤਮਾ ਉਹ ਸਤ ਹੈ। ਦੇਹ ਅਨਿਤ ਸਦਾਏ। ਤੇ ਜਿਹੜੀ ਦੇਹ ਹੈ ਇਹ ਪੰਜਾਂ ਤੱਤਾਂ ਦੀ ਬਣੀ, ਇਹ ਅਨਿਤ ਹੈ ਸਦਾ। ਅਨਿਤ ਹੈ ਭਾਵ ਨਾ ਰਹਿਣ ਵਾਲੀ। ਇਹ ਦੇਹ ਨਾਸ਼ਵੰਤ ਹੈ। ਸਤ ਅਸਤ ਸੰਬੰਧ ਜੋ, ਜਿਹੜਾ ਸਤ ਦਾ ਤੇ ਅਸਤ ਝੂਠ ਦਾ ਸੰਬੰਧ ਹੈ, ਕਛੂ ਨ ਜਾਣੈ। ਆਪਣੇ ਆਪ ਜੀਵ ਨਹੀਂ ਜਾਣ ਸਕਦਾ, ਕਿਉਂਕਿ ਜਿੰਨਾ ਚਿਰ ਸੰਗਤ ਚ ਨਹੀਂ ਆਏ ਉਹਨਾਂ ਚਿਰ ਸਰੀਰ ਸੱਤ ਹੈ, ਪਰਿਵਾਰ ਸੱਤ ਹੈ, ਘਰ-ਬਾਰ ਸੱਚਾ ਹੈ, ਕਾਰੋਬਾਰ ਸੱਚੇ ਨੇ। ਪਰ ਜਦੋਂ ਗੁਰੂ ਕੋਲ ਆ ਜਾਂਦੇ ਆ ਤੇ ਗੱਲ ਸਮਝ ਪੈ ਜਾਂਦੀ ਹੈ। ਜੈਸੇ ਸਵਿਤਾ ਤਿਮਰ ਕੋ, ਸਤਿਗੁਰੂ ਜੀ ਕਹਿੰਦੇ ਸਤ ਦਾ ਤੇ ਅਸਤ ਦਾ ਸੰਬੰਧ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਸਵਤਾ ਨਾਮ ਹੈ ਸੂਰਜ ਦਾ, ਜਿਸ ਤਰ੍ਹਾਂ ਸੂਰਜ ਦੇ ਨੇੜੇ ਹਨੇਰਾ ਨਹੀਂ ਜਾਂਦਾ। ਨੇਰ ਨ ਕਬਹੂ ਹੋਏ। ਜੇ ਸੂਰਜ ਚੜ ਜਾਵੇ ਤੇ ਹਨੇਰਾ ਨਹੀਂ, ਤੇ ਜੇ ਹਨੇਰਾ ਹੋਵੇ ਤੇ ਉੱਥੇ ਸੂਰਜ ਨਹੀਂ ਹੁੰਦਾ। ਇਸੇ ਤਰ੍ਹਾਂ ਸਤ ਦਾ ਤੇ ਅਸਤ ਦਾ ਭੇਦ ਇਹ ਸਤਿਗੁਰਾਂ ਕੋਲ ਆ ਕੇ ਸਮਝ ਪੈਂਦਾ ਹੈ ਕਿ ਸੱਚ ਕੀ ਹੈ, ਝੂਠ ਕੀ ਹੈ। ਦੇਹ ਜਿਹੜੀ ਇਹ ਅਸਤ ਨਾਸਵੰਤ ਹੈ, ਆਤਮਾ ਸਤ ਹੈ, ਪ੍ਰਭੂ ਦਾ ਨਾਮ ਸਤ ਹੈ। ਬਾਕੀ ਹੋਰ ਜਿਹੜੇ ਪਦਾਰਥ ਹਨ ਉਹ ਅਸਤ ਹਨ, ਨਾਸਵੰਤ ਹਨ। ਇਹ ਭੇਦ ਪੂਰੇ ਸਤਿਗੁਰਾਂ ਕੋਲ ਸਮਝ ਆਉਂਦਾ ਹੈ। ਆਪਹੁ ਕੋ ਨ ਜਾਣਈ, ਆਪਣੇ ਆਪ ਇਹ ਭੇਦ ਨੂੰ ਕੋਈ ਨਹੀਂ ਸਮਝ ਸਕਿਆ। ਉਪਦੇਸ਼ ਸਤਿਗੁਰਾਂ ਦੇ ਉਪਦੇਸ਼ ਲਏ ਤੋਂ ਬਿਨਾ ਇਸ ਪ੍ਰਕਾਰ ਕਹਿ ਸਬਨ ਕੋ, ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਤੂਸ਼ਨ ਭੇ ਜਗਤੇਸ਼। ਜਗਤ ਦੇ ਈਸ਼ਵਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਚੁੱਪ ਕਰ ਗਏ। ਮਹਾਰਾਜ ਜੀਆਂ ਦਾ ਇਹ ਬਚਨ ਸੁਣ ਕੇ ਜਿਹੜੇ ਚੰਗੇ ਚੰਗੇ ਦਿਗਬਜੇ ਪੰਡਤ ਸਨ, ਜਿਨ੍ਹਾਂ ਨੇ ਨਾਮ ਆਪਣਾ ਨਾਨਕ ਚੰਦ ਧਰਾਇਆ ਸੀ, ਨਾਨੂ ਪੰਡਤ ਵਰਗੇ, ਇਹ ਵੀ ਚੁੱਪ ਕਰ ਗਏ। ਜਿਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਮਲ੍ਹਾਰ ਰਾਗ ਦੇ ਵਿੱਚ ਸਤਿਗੁਰੂ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਝੋਲੀ ਪਾਉਣਗੇ। ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਇਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਮਹਾਰਾਜ ਜੀ ਨੇ ਇਹੋ ਹੀ ਸਿੱਖਿਆ ਦਿੱਤੀ ਸੀ ਕਿ ਪਰਾਏ ਹੱਕ ਖਾਣੇ, ਆਪਣੀ ਮਨ ਦੇ ਵਿੱਚ ਪਾਪ ਰੱਖਣੇ, ਦਵੈਤ ਈਰਖਾ ਰੱਖਣੀ, ਵਿਦਿਆ ਨੂੰ ਪੜ੍ਹ ਕੇ ਮਾਣ ਕਰਨਾ, ਇਹ ਵੀ ਤਾਂ ਇੱਕ ਪ੍ਰਕਾਰ ਦਾ ਮਾਸ ਹੀ ਖਾ ਰਹੇ ਹੋ। ਦੂਜੇ ਦੀ ਨਿੰਦਿਆ ਕਰਨੀ, ਕਿਹੜਾ ਮਾਸ ਹੈ ਤੇ ਕਿਹਦੇ ਵਿੱਚ ਪਾਪ ਹੈ, ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸਾਨੂੰ ਸਾਰਿਆਂ ਨੂੰ ਸਿੱਖਿਆ ਦੇਣਗੇ। ਇੱਥੇ ਸਮਾਂ ਸਮਾਪਤੀ ਤੇ ਹੈ, ਵਿਚਾਰ ਰਹਿੰਦੀ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਸਾਡੀ ਤੁੱਛ ਬੁੱਧੀ ਹੈ। ਮਹਾਰਾਜ ਜੀ ਦਾ ਜਿਹੜਾ ਦਿੱਤਾ ਉਪਦੇਸ਼ ਇਹ ਤਾਂ ਗਿਆਨ ਦਾ ਸਾਗਰ ਸਮੁੰਦਰ ਹੈ। ਸਤਿਗੁਰੂ ਕਿਰਪਾ ਕਰਨ, ਜੋ ਉਪਦੇਸ਼ ਮਹਾਰਾਜ ਜੀਆਂ ਨੇ ਸਾਡੀ ਝੋਲੀ ਪਾਇਆ, ਦਿੱਤਾ ਉਪਦੇਸ਼ ਸਤਿਗੁਰਾਂ ਦਾ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਕਿ ਵਿਦਿਆ ਨੂੰ ਪੜ੍ਹ ਕੇ ਕਿਸ ਤਰ੍ਹਾਂ ਇਹਨੂੰ ਸਮਝਣਾ ਹੈ, ਕਿਸ ਤਰ੍ਹਾਂ ਇਹ ਜੀਵਨ ਨੂੰ ਸਵਾਰਨਾ ਹੈ, ਇਹ ਗੱਲ ਸਾਡੀ ਸਮਝ ਵਿੱਚ ਪੈ ਜਾਵੇ। ਫਿਰ ਹੀ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੈ।
ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਾਂਗੇ। ਆਓ ਦੋ ਪੰਕਤੀਆਂ ਇੱਥੇ ਸਰਵਣ ਕਰੀਏ, ਫਿਰ ਇੱਥੇ ਦੀਵਾਨਾਂ ਦੀ ਸਮਾਪਤੀ ਹੈ ਜੀ। ਆਪੋ ਕੋ ਨਾ ਜਾਣਈ ਬਿਨ ਸਤਿਗੁਰ ਉਪਦੇਸ਼, ਇਸ ਪ੍ਰਕਾਰ ਕਹਿ ਸਭਨ ਕੋ ਤੂਸ਼ਨ ਭੈ ਜਗਦੇਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।